ਵਾਹ ਧਾਮੀ ਸਾਹਿਬ, ਮੈਨੂੰ ਤਾਂ ਹੁਣ ਪਤਾ ਲੱਗਿਆ ਖਾੜਕੂਵਾਦ ਵੇਲੇ ਵੀ ਤੁਸੀਂ ਬੜੇ ਚੰਨ ਚਾੜੇ ਸੀਗੇ। ਖਾੜਕੂਵਾਦ ਵੇਲੇ ਤੁਸੀਂ ਖਾੜਕੂ ਸੀ ਨਾ, ਵਕੀਲ ਸੀ ਨਾ, ਟੌਟ ਸੀ ਨਾ, ਮੁਖਬਰ ਸੀ। ਦੱਸਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਸਾਡੀ ਸਰਮੋਰ ਸੰਸਥਾ, ਸਾਡੀ ਸਰਮੋਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਜ਼ ਉਸ ਦੇ ਉੱਤੇ ਐਪੀਸੋਡਸ ਕੱਢਦੇ ਆ। ਮੈਨੂੰ ਆਪ ਕੋਈ ਖੁਸ਼ੀ ਨਹੀਂ ਹੁੰਦੀ, ਪਰ ਹਾਂ ਜਦੋਂ ਕਹਿੰਦੇ ਕਿ ਇੱਕ ਜ਼ਖਮ ਜਿਹੜਾ ਆ ਬਹੁਤ ਜ਼ਿਆਦਾ ਖਰਾਬ ਹੋ ਜਾਵੇ ਨਾ, ਤਾਂ ਉਹਨੂੰ ਵੱਢਣਾ ਪੈਂਦਾ ਆ, ਚਾਕੂ ਗਰਮ ਕਰਕੇ ਉਹਨਾਂ ਹਿੱਸਾ ਕੱਟ ਕੇ ਸਾਨੂੰ ਅਲੱਗ ਕਰਨਾ ਪੈਂਦਾ ਆ, ਤਾਂ ਕਿ ਬਾਕੀ ਸਰੀਰ ਠੀਕ ਰਹਿ ਸਕੇ। ਬਸ ਮੈਂ ਵੀ ਇਹੀ ਕੋਸ਼ਿਸ਼ ਦੇ ਵਿੱਚ ਲੱਗਿਆ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੈਨੂੰ ਕੋਈ ਵੀ ਤਕਲੀਫ ਨਹੀਂ ਹੈ। ਸਾਡੀ ਇਹ ਸਰਮੋਰ ਸੰਸਥਾ ਸੀ, ਹੈ ਤੇ ਰਹੇਗੀ। ਪਰ ਹਾਂ, ਜੋ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੁਣ ਲੱਗਿਆ ਹੈ, ਜੋ ਉੱਥੇ ਦਲਾਲ ਬੈਠ ਗਏ ਨੇ ਤੇ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਉਹਨਾਂ ਦੀ ਜਾਗੀਰ ਹੈ, ਜਿਨ੍ਹਾਂ ਦੇ ਖਾਨਦਾਨ ਉੱਥੇ ਬੈਠੇ ਨੇ ਤੇ ਉਹ ਕੋਈ ਵੀ ਕੁਕਰਮ ਉੱਥੇ ਕਰਦੇ ਨੇ, ਉਹਨਾਂ ਵਾਸਤੇ ਸਭ ਜਾਇਜ਼ ਹੈ। CCTV ਤੋਂ ਫੁਟੇਜਸ ਵੀ ਉਹਨਾਂ ਦੇ ਵਾਸਤੇ ਡਿਲੀਟ ਕਰ ਦਿੱਤੀਆਂ ਜਾਂਦੀਆਂ ਨੇ, ਬੇਕਸੂਰਿਆਂ ਨੂੰ ਫਾਹੇ ਵੀ ਟੰਗ ਦਿੱਤਾ ਜਾਂਦਾ। ਧੀਆਂ ਭੈਣਾਂ ਦੀ ਚਾਹੇ ਪੱਤ ਰੋਲ ਰਹੀ ਹੋਵੇ, ਉਹਨਾਂ ਨੂੰ ਵੀ ਮੂੰਹ 'ਚ 4 ਨੋਟ ਪਾ ਕੇ ਚੁੱਪ ਕਰਾ ਦਿੱਤਾ ਜਾਂਦਾ, ਜਾਂ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਂਦਾ। ਸਾਡੀ ਸਰਮੋਰ ਸੰਸਥਾ ਇਹ ਨਹੀਂ ਸੀ। ਸਾਡੀ ਸਰਮੋਰ ਸੰਸਥਾ ਹਰ ਧਰਮ, ਹਰ ਵਰਗ ਵਾਸਤੇ ਤਤਪਰ ਰਹਿੰਦੀ ਸੀ, ਹਰ ਕਿਸੇ ਦੀ ਮਦਦ ਵਾਸਤੇ ਤਤਪਰ ਰਹਿੰਦੀ ਸੀ। ਮਤਲਬ ਆਪਣੇ ਤਾਂ ਬਹੁਤ ਦੂਰ ਦੀ ਗੱਲ, ਬਗਾਨਿਆਂ ਨੂੰ ਉਹ ਰੋਂਦਿਆਂ ਨਹੀਂ ਸੀ ਦੇਖ ਸਕਦੇ, ਪਰ ਸਾਡੇ ਆਪਣੇ ਅੱਜ ਜਿਹੜੀ ਬੈਠੇ ਆ ਨਾ, ਉਹ ਆਪਣਿਆਂ ਨੂੰ ਖੂਨ ਦੇ ਹੰਝੂ ਰਵਾ ਰਹੇ ਨੇ। ਆ ਜਿਹੜਾ ਝੂਠ ਦੇ ਵਿੱਚ ਘਪਲਾ ਹੋਇਆ ਨਾ ਸੰਗਤ ਜੀ, ਉਹਦੀ ਤੁਹਾਨੂੰ ਅੱਜ ਇੱਕ ਅਜਿਹੀ ਸੱਚਾਈ ਦੱਸਾਂਗਾ ਨਾ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ ਕਿ ਆਖਿਰ ਇਹ ਸਾਡੀ ਸੰਸਥਾ ਹੈ। ਕਿੱਦਾਂ ਇਹ ਗਰੀਬ ਮਾਰ ਕਰਦੇ, ਤੁਹਾਨੂੰ ਦੱਸ ਦੇਣਾ, ਬਾਏ ਨੇਮ ਦੱਸਾਂਗਾ। ਜਿਹੜਾ ਇਹ ਘਪਲਾ ਇਹਨਾਂ ਨੇ ਕੀਤਾ ਝੂਠ ਦਾ, ਸੁੱਕੀਆਂ ਰੋਟੀਆਂ ਦਾ, ਉਹ ਘਪਲਾ ਮੈਂ ਐਕਸਪਲੇਨ ਪਹਿਲਾਂ ਵੀ ਕਰ ਚੁੱਕਿਆ ਕਿ ਕਿੱਦਾਂ ਹੋਇਆ। ਅੱਜ ਦੱਸਾਂਗਾ ਕਿ ਅਸਲ ਬਾਏ ਨੇਮ ਦੱਸਾਂਗਾ। ਧਾਮੀ ਸਾਹਿਬ ਬਾਏ ਨੇਮ, ਠੀਕ ਹੈ। ਆਪਣੀਆਂ ਰਿਪੋਰਟਾਂ ਦੇ ਵਿੱਚ ਚਾਹੇ ਤੁਸੀਂ ਨਾਮ ਬਦਲ ਦਿਓ, ਚਾਹੇ ਕੱਢ ਦਿਓ, ਜੋ ਮਰਜ਼ੀ ਕਰ ਲਓ, ਚਾਹੇ ਬੇਕਸੂਰਿਆਂ ਨੂੰ ਟੰਗ ਦਿਓ, ਬਾਏ ਨੇਮ ਦੱਸਾਂਗਾ ਅਸਲ ਕਸੂਰਵਾਰ ਕੌਣ ਸੀ ਤੇ ਕਿਹੜੇ ਤੁਸੀਂ ਬਿਨਾਂ ਮਤਲਬ ਤੋਂ ਟੰਗੇ ਤੇ ਕਿਉਂ ਟੰਗੇ। 51 ਬੰਦੇ ਮੁਅੱਤਲ ਕੀਤੇ ਸੀ ਜੀ, ਅਗਰ ਮੈਂ ਗਲਤ ਨਹੀਂ ਆ। ਉਹਨਾਂ ਵਿੱਚੋਂ ਟੋਟਲ ਸੰਗਤ ਜੀ 6 ਤੋਂ 8 ਦੋਸ਼ੀ ਹੋਣਗੇ। ਮੇਨ ਦੋਸ਼ੀ ਜਿਹੜੇ ਸੀਗੇ ਉਹ ਵੀ ਤੁਹਾਨੂੰ ਨਾਮ ਦੱਸਾਂਗੇ, ਤੇ ਉਸ ਤੋਂ ਬਾਅਦ ਤੁਹਾਨੂੰ ਧਾਮੀ ਸਾਹਿਬ ਦਾ ਵੀ ਦੱਸਾਂਗੇ ਕਿ ਧਾਮੀ ਸਾਹਿਬ ਨੇ ਖਾੜਕੂਵਾਦ ਤੋਂ ਬਾਅਦ ਕੌਮ ਵਾਸਤੇ ਕਿੰਨਾ ਕੁਝ ਕੀਤਾ, ਕਿੰਨਾ ਯੋਗਦਾਨ ਦਿੱਤਾ। ਮੇਰੇ ਤਾਂ ਵੈਸੇ ਸਾਹਮਣੇ ਇੱਕ ਆਰਟੀਕਲ ਆ ਗਿਆ ਤਾਂ ਮੈਂ ਪੜ੍ਹ ਕੇ ਮੇਰੇ ਹੋਸ਼ ਉੱਡ ਗਏ। ਮੈਨੂੰ ਤਾਂ ਇਹ ਸੀਗਾ ਕਿ ਵਕੀਲ ਸਾਹਿਬ ਨੇ ਕੌਮ ਵਾਸਤੇ, ਚਲੋ ਬਾਦਲਾਂ ਦੇ ਮਤਲਬ ਥੱਲੇ ਹੈਗੇ ਨੇ, ਕੰਮ ਕਰ ਰਹੇ ਨੇ, ਕਹਿਣ ਨੂੰ ਸਾਡੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਪਰ ਦਿਲ 'ਚ ਕੁਛ ਤਾਂ ਜਜ਼ਬਾ ਹੋਊਗਾ ਕੌਮ ਵਾਸਤੇ। ਇਹ ਨਹੀਂ ਹੈ ਵੀ ਨਹੀਂ ਹੋਊਗਾ ਜਜ਼ਬਾ ਹੋਊਗਾ। ਪਰ ਕਹਿੰਦੇ ਨੇ ਵੀ ਜਜ਼ਬੇ ਜਿਹੜੇ ਹੈਗੇ ਨੇ ਉਹ ਸਾਰੇ ਦੇ ਸਾਰੇ ਨੋਟਾਂ ਦੇ ਸਾਹਮਣੇ, ਨੋਟਾਂ ਦੇ ਢੇਰ ਦੇ ਸਾਹਮਣੇ ਢੇਰ ਹੋ ਜਾਂਦੇ ਨੇ। ਹੁਣ ਪੌਂਟਾ ਸਾਹਿਬ ਵਾਲੇ 20 ਵਾਰ ਸਵਾਲ ਪੁੱਛ ਚੁੱਕਿਆ, ਜਵਾਬ ਕੋਈ ਨਹੀਂ ਦੇਣਾ। ਮੈਂ 20 ਵਾਰ ਬੇਨਤੀ ਕਰ ਚੁੱਕਿਆ, ਧਾਮੀ ਸਾਹਿਬ ਅੱਜ ਫਿਰ ਤੋਂ ਕਰਦਾ ਹੈ ਬੇਨਤੀ, ਜੇਕਰ ਮੈਂ ਕੁਝ ਗਲਤ ਬੋਲਿਆ ਆ ਜਾਂ ਤੁਹਾਨੂੰ ਲੱਗਦਾ ਕੋਈ ਗਲਤ ਇਨਫੋਰਮੇਸ਼ਨ ਮੇਰੇ ਤੋਂ ਦਿੱਤੀ ਗਈ, ਮੈਨੂੰ ਉਸ ਚੀਜ਼ ਬਾਰੇ ਤੁਸੀਂ ਨੋਟੀਫਿਕੇਸ਼ਨ ਭੇਜ ਸਕਦੇ ਹੋ, ਜਿੱਦਾਂ ਨੋਟਿਸ ਭੇਜੇ ਨੇ। ਅਗਰ ਉਹ ਚੀਜ਼ ਮੇਰੇ ਤੋਂ ਗਲਤ ਬੋਲੀ ਗਈ ਹੈ, ਮੈਂ ਕਰੈਕਸ਼ਨ ਕਰ ਲਾਂਗਾ, ਮੈਂ ਮਾਫੀ ਵੀ ਮੰਗ ਲਾਂਗਾ। ਮੈਨੂੰ ਮੇਰੇ 'ਚ ਕੋਈ ਆਕੜ ਨਹੀਂ ਉਹ ਜੀ ਕਿ ਮੈਂ ਨੀਵਾਂ ਹੀ ਤੁਹਾਨੂੰ ਦਿਖਾਣਾ ਆ। ਸਿਆਣੇ ਕਹਿੰਦੇ ਨੇ ਨੀਵੇਂ ਰੁੱਖਾਂ ਨੂੰ ਹੀ ਫਲ ਪੈਂਦਾ ਆ, ਇਸ ਕਰਕੇ ਥੋੜਾ ਜਿਹਾ ਨੀਵਾਂ ਹੋਣਾ ਤੁਸੀਂ ਵੀ ਸਿੱਖ ਲਓ। ਨਹੀਂ ਤਾਂ ਕਹਿੰਦੇ ਸਫੈਦਾ ਆਕੜੇ ਇਕੱਲਾ ਖੜਿਆ ਹੋਵੇ ਤਾਂ ਟਾਣਾ ਕਰਕੇ ਟੁੱਟ ਕੇ ਡਿੱਗ ਜਾਂਦਾ, ਤਣਾ ਰਹਿ ਜਾਂਦਾ ਆ। ਉਹ ਹਾਲ ਹੋਣਾ ਆ। ਹੁਣ ਤੁਹਾਨੂੰ ਲੱਗਦਾ ਵੀ ਆਸੇ ਪਾਸੇ ਬੜਾ ਝੁਰਮੜਾ ਜੰਗਲ ਦੇ ਗੱਭੇ ਖੜੇ ਹੋ, ਪਰ ਅਜਿਹੇ ਪ੍ਰਧਾਨ ਕਿੰਨੇ ਆਏ ਤੇ ਕਿੰਨੇ ਕੇ ਜਥੇਦਾਰ ਕਿੰਨੇ ਆਏ ਤੇ ਕਿੰਨੇ ਕੇ ਜਿਹਨਾਂ ਨੂੰ ਲੱਗਦਾ ਸੀ ਵਾਹ ਜੀ ਮੈਂ ਤਾਂ ਜਥੇਦਾਰ ਬਣ ਗਿਆ, ਹੁਣ ਮੈਂ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਗਿਆ। ਪਰ ਉਸ ਤੋਂ ਬਾਅਦ ਸੰਗਤ ਨੇ ਜਿੰਨੀ ਉਹਦੀ ਥੂ ਕੀਤੀ ਹੈ ਨਾ, ਤਾਂ ਫਿਰ ਕੋਈ ਨਹੀਂ ਉਹਦੀਆਂ ਸੱਜੀਆਂ ਖੱਬੀਆਂ ਬਾਹਾਂ ਨਾਲ ਖੜੀਆਂ। ਹੁਣ ਚਲੋ ਸੰਗਤ ਜੀ ਆਉਂਦੇ ਹਾਂ ਆਪਾਂ, ਜਿਹੜਾ ਆ ਸੁੱਕੀਆਂ ਰੋਟੀਆਂ ਦਾ ਘੁਟਾਲਾ ਸੀ, ਘਪਲਾ ਸੀ, ਇੱਕ ਐਗਜ਼ਾਮਪਲ ਤੁਹਾਨੂੰ ਦੇ ਕੇ ਮੈਂ ਲਿਖਿਆ, ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ ਕਿ ਹੋਇਆ ਕੀ, ਤੇ ਬਾਏ ਨੇਮ ਸਹੀ ਬੰਦੇ ਜਿਹੜੇ ਕਸੂਰਵਾਰ ਨੇ ਉਹ ਵੀ ਦੱਸਾਂਗਾ। ਠੀਕ ਹੈ, 4-5 ਦੱਸ ਦੇਣਾ ਧਾਮੀ ਸਾਹਿਬ ਬਹੁਤ ਆ, ਮੇਨ ਦੱਸ ਦੇਣਾ 5 ਕੀ ਬੰਦੇ, ਉਹਨਾਂ ਦੇ ਨਾਲ ਜਿਹੜਾ ਆਟੇ ਨਾਲ ਮਾੜਾ ਮੋਟਾ ਜਿਹੜਾ ਘੁਣ ਹੈਗਾ ਉਹ ਤੁਸੀਂ ਆਪ ਕੱਢ ਲਿਓ, ਫਿਰ ਹੋਰ ਕਿਹੜੇ ਨੇ। ਠੀਕ ਹੈ ਜੀ। ਹੁਣ ਸੰਗਤ ਜੀ ਸਪੋਜ਼ ਕਰੋ 100 ਕੁਇੰਟਲ ਦੀ ਇੱਕ ਰਸੀਦ ਕੱਟੀ ਜਾਂਦੀ ਹੈ, ਫਿਰ ਉਸ ਦਾ ਬਾਊਚਰ ਪੈਂਦਾ ਹੈ। ਪਹਿਲਾਂ ਉਹ ਜਮ੍ਹਾਂ ਕਰਨੀ ਹੈ ਤੇ ਫਿਰ ਖਰਚ ਕਰਨੀ ਹੈ, ਫਿਰ ਗੇਟ ਪਾਸ ਬਣ ਕੇ ਪੇਮੈਂਟ ਜਿਹੜੀ ਹੈ ਉਹ ਸਟੋਰ ਕੀਪਰ ਲੈ ਲੈਂਦਾ ਸੀ।
ਠੀਕ ਹੈ ਜੀ। ਗੇਟ ਪਾਸ ਬਣ ਗਿਆ, ਜੋ ਵੀ ਪੇਮੈਂਟ ਹੈਗੀ ਹੈ ਉਹ ਸਟੋਰ ਕੀਪਰ ਨੇ ਲੈ ਲੈਣੀ ਹੈ। ਅਤੇ ਅਗਰ ਕੋਈ ਚੈੱਕ ਦਿੰਦਾ ਤਾਂ ਚੈੱਕ ਹੁੰਦਾ ਹੈ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਤੇ। ਉਹ ਹੋਰ ਕੋਈ ਵੀ ਬੰਦਾ ਮਤਲਬ ਉਸ ਚੈੱਕ ਨੂੰ ਕਢਵਾ ਨਹੀਂ ਸਕਦਾ, ਕੈਸ਼ ਨਹੀਂ ਕਰਵਾ ਸਕਦਾ। ਇੰਸਪੈਕਟਰ ਦੀ ਡਿਊਟੀ ਤਾਂ ਇੱਕ ਥਾਂ ਤੋਂ ਦੂਜੀ ਥਾਂ, ਮਤਲਬ ਇੰਸਪੈਕਟਰ ਜਿਹੜੇ ਇਹਨਾਂ ਨੇ 35 ਇੰਸਪੈਕਟਰ ਜਿਹੜੇ ਮੁਅੱਤਲ ਕੀਤੇ ਨੇ, ਇੰਸਪੈਕਟਰਸ ਦੀ ਡਿਊਟੀ ਇਹ ਹੁੰਦੀ ਹੈ ਵੀ ਅੱਜ ਉਹ ਇੱਥੇ ਹੈ, ਕੱਲ ਉੱਥੇ ਹੈ, ਪਰਸੋਂ ਉੱਥੇ, ਕਿਤੇ ਵੀ ਉਹਦੀ ਡਿਊਟੀ ਅਲੱਗ-ਅਲੱਗ। ਇਹ ਕਨਫਰਮ ਨਹੀਂ ਹੋ ਸਕਦਾ ਵੀ ਇੱਕੋ ਹੀ ਇੰਸਪੈਕਟਰ ਉੱਥੇ ਰਹੂਗਾ, ਦੋ ਰਹਿਣੇ, ਕਿਉਂਕਿ ਜਿਹੜੇ ਵੀ ਇੰਸਪੈਕਟਰਸ ਹੈਗੇ ਨੇ, ਅੱਜ ਉਹ ਦਰਬਾਰ ਸਾਹਿਬ ਨੇ, ਕੱਲ ਨੂੰ ਦਮਦਮਾ ਸਾਹਿਬ ਨੇ, ਪਰਸੋਂ ਉਹ ਫਤਿਹਗੜ੍ਹ ਸਾਹਿਬ ਪਹੁੰਚ ਜਾਣਗੇ, ਚੌਥੇ ਉਹਨੂੰ ਕਿਤੇ ਹੋਰ ਭੇਜ ਦੇਣਗੇ। ਮਤਲਬ ਹੋ ਸਕਦਾ ਵੀ ਕੋਈ ਇੱਕ ਇੰਸਪੈਕਟਰ ਜਿਹੜਾ ਅੱਜ ਉੱਥੇ ਡਿਊਟੀ ਤੇ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਉਹ 15 ਦਿਨਾਂ ਬਾਅਦ ਵਾਪਸ ਆਉਂਦਾ ਹੈ ਤੇ ਉਹਦਾ ਵੀ ਨਾਮ ਵਿੱਚ ਚੜ ਜਾਂਦਾ ਹੈ। ਮਤਲਬ ਅਜਿਹਾ ਵੀ ਹੋ ਸਕਦਾ ਹੈ। ਹੁਣ ਚੈੱਕ ਜਿਹੜੇ ਹੁੰਦੇ ਨੇ, ਚੈੱਕ ਹੁੰਦੇ ਨੇ ਸਟੋਰ ਕੀਪਰ ਦੇ ਕੋਲ, ਤੇ ਸਟੋਰ ਕੀਪਰ ਅਗਰ ਚੈੱਕ ਨਹੀਂ ਜਮ੍ਹਾਂ ਕਰਵਾਉਂਦੇ ਤੇ ਸਟੋਰ ਕੀਪਰ ਹੀ ਨੇ ਜਿਨ੍ਹਾਂ ਨੇ ਚੈੱਕ ਵਾਪਸ ਕਰਕੇ ਕੈਸ਼ ਲੈ ਕੇ ਆਪਣੀਆਂ ਜੇਬਾਂ ਦੇ ਵਿੱਚ ਭਰ ਲਿਆ। ਹੁਣ ਇਹ ਕੰਮ ਸਿਰਫ ਸਟੋਰ ਕੀਪਰ ਕਰ ਸਕਦੇ ਨੇ, ਉਹਨਾਂ ਤੋਂ ਇਲਾਵਾ ਕੋਈ ਤੀਜਾ ਬੰਦਾ ਨਹੀਂ ਹੈ, ਕਿਉਂਕਿ ਇੰਸਪੈਕਟਰ ਚੈੱਕ ਨਹੀਂ ਲੈਂਦੇ। ਤੇ ਉਹਨਾਂ ਨੂੰ ਕਹਿ ਤਾ ਵੀ ਉਹਨਾਂ ਦੀ ਅਣਗਹਿਲੀ ਕਰਕੇ ਵੀ ਇੰਸਪੈਕਟਰਾਂ ਨੇ ਅਣਗਹਿਲੀ ਕੀਤੀ ਤੇ 35 ਇੰਸਪੈਕਟਰ ਜਿਹੜੇ ਸੀਗੇ ਜਾਂ 30 ਜਾਂ 35 ਜਿੰਨੇ ਵੀ ਸੀਗੇ ਤੁਸੀਂ ਉਹ ਮੁਅੱਤਲ ਕਰ ਲਏ। ਠੀਕ ਹੈ, ਉਹ ਵੀ ਤੁਹਾਨੂੰ ਸੰਗਤ ਜੀ ਦੱਸਦਾ ਕਿ ਇਹਨਾਂ ਨੇ ਮਤਲਬ ਟੋਟਲ ਗਿਣਤੀ ਦੇ 50 ਜਾਂ 51 ਬੰਦੇ ਹੀ ਕਿਉਂ ਮੁਅੱਤਲ ਕੀਤੇ, ਉਹਦੇ ਪਿੱਛੇ ਦਾ ਬਹੁਤ ਵੱਡਾ ਕਾਰਨ ਹੈ। ਸੁਣ ਕੇ ਤੁਸੀਂ ਨਾ ਹੈਰਾਨ ਹੋ ਜਾਓਗੇ ਵੀ ਅੱਛਾ ਇਹ ਸਾਡੀ ਸ਼੍ਰੋਮਣੀ ਕਮੇਟੀ ਹੈ ਤੇ ਇਹ ਇਹਨਾਂ ਦੀਆਂ ਘਟੀਆ ਗਿਰੀਆਂ ਹੋਈਆਂ ਕਰਤੂਤਾਂ ਨੇ, ਗਰੀਬ ਮਾਰ ਇਹ ਇਦਾਂ ਕਰਦੇ ਨੇ, ਤੇ ਅਸਲ ਜਿਹੜੇ ਮੁਲਜ਼ਮ ਹੈ ਨੇ ਉਹਨਾਂ ਨੂੰ ਇਹਨਾਂ ਨੇ ਕਿੱਦਾਂ ਬਰੀ ਕੀਤਾ, ਤੁਹਾਨੂੰ ਉਹ ਵੀ ਦੱਸਦਾ ਆ। ਹੁਣ ਆਜੋ ਜੀ ਦੱਸਦਾ ਤੁਹਾਨੂੰ ਵੀ ਆਖਿਰ ਜਿਹੜੇ ਮੇਨ ਮੈਨੇਜਰ ਹੈ ਨੇ ਇਹਨਾਂ ਦੇ ਦੋਸ਼ੀ, ਠੀਕ ਹੈ ਜੀ, ਮੈਨੇਜਰ ਕਾਹਨੂੰ, ਜਿਹੜੇ ਸਟੋਰ ਕੀਪਰ ਇਹਨਾਂ ਦੇ ਹੈ ਨੇ, ਮੈਨੇਜਰ ਤੇ ਵੀ ਆਵਾਂਗੇ ਜੀ, ਕਿਉਂਕਿ ਮੈਨੇਜਰ ਹੀ ਤਾਂ ਸਟੋਰ ਕੀਪਰ ਲਵਾਉਣ ਵਾਲਾ ਆ। ਵੈਸੇ ਕੱਲ ਨਾਮ ਲੈਤਾ ਸੀਗਾ ਉਹਦਾ ਵੀ ਮੈਂ, ਠੀਕ ਹੈ, ਅੱਜ ਬਿਲਕੁਲ ਹੀ ਕਲੀਅਰ ਕਰ ਦੇਣਾ ਹੈ। ਪਹਿਲਾ ਸਟੋਰ ਕੀਪਰ ਇਹਨਾਂ ਦਾ ਜਿਹੜਾ ਹੈ ਜੀ ਉਹ ਹੈਗਾ ਆ ਮਨਜੀਤ ਸਿੰਘ ਜੀ, ਉਹ ਛਾਟੇ ਵਾਲਾ, ਜਿਹਨੇ ਪੂਰੀ ਦੀ ਪੂਰੀ ਲੇਜ਼ਰ ਗੁੰਮ ਕਰਤੀ ਸੀ। ਠੀਕ ਹੈ, ਲੱਖਾਂ ਕਰੋੜਾਂ ਰੁਪਏ ਉੱਥੇ ਵੀ ਖਾਦਾ ਹੋਏਗਾ। ਉਸ ਤੋਂ ਬਾਅਦ ਭੁਪਿੰਦਰ ਸਿੰਘ ਹੈ ਜੀ ਇਹਨਾਂ ਦਾ ਸਟੋਰ ਕੀਪਰ। ਇਹ ਦੋ ਮੇਨ ਬੰਦੇ ਨੇ ਜਿਹੜੇ ਸਾਰੇ ਘਪਲੇ ਦੇ ਵਿੱਚ ਅਹਿਮ ਨੇ, ਤੇ ਇਹਨਾਂ ਨੇ ਹੀ ਸਾਰਾ ਘਪਲਾ ਕੀਤਾ ਹੈ। ਤੇ ਇਹਨਾਂ ਦਾ ਪਿਓ ਜਿਹੜਾ ਉੱਤੇ ਬੈਠਿਆ ਆ ਉਹ ਹੈਗਾ ਹੈ ਜੀ ਸੁਖਬੀਰ। ਮੈਂ ਜਿਹੜਾ ਪੁੱਛਿਆ ਸੀਗਾ ਮੈਨੇਜਰ ਸੁਖਬੀਰ ਨੂੰ ਕਿਉਂ ਬਾਹਰ ਕੀਤਾ, ਉਹਦੇ ਕੋਲੋਂ ਵੀ ਪੇਮੈਂਟ ਲਿੱਤੀ ਗਈ, ਮਤਲਬ 1 ਕਰੋੜ ਦੀ ਜਿਹੜੀ ਇਹਨਾਂ ਨੇ ਪੇਮੈਂਟ ਵਸੂਲੀ ਆ ਸਾਰਿਆਂ ਤੋਂ, ਉਹ ਵੀ ਤੁਹਾਨੂੰ ਦੱਸਦਾ ਕਿੱਦਾਂ ਵਸੂਲੀ ਹੈ। ਉਹਦੇ ਵਿੱਚ ਸੁਖਬੀਰ ਤੋਂ ਵੀ ਪੇਮੈਂਟ ਲਿੱਤੀ ਗਈ, ਪਰ ਉਹ ਫਰਮ ਦੇ ਪੈਸੇ ਕਹਿ ਕੇ ਫਰਮ ਦੇ ਨਾਮ ਤੇ ਲਿੱਤੀ ਗਈ। ਕਿਉਂ? ਸੁਖਬੀਰ ਕੀ ਲੱਗਦਾ ਆ ਕਿ ਸੁਖਬੀਰ ਇਹਦਾ ਨਾਮ ਤੇ ਤੁਹਾਡੇ ਉਹਦਾ ਨਾਮ ਇੱਕੋ ਆ, ਤਾਂ ਕਰਕੇ ਥੋੜੀ ਇਹਨੂੰ ਛੋਟ ਦੇਤੀ ਵੀ ਨਾ ਜੀ ਬਦਨਾਮੀ ਅਸੀਂ ਇਹਦੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਤੁਸੀਂ ਲੁੱਚਪੁਣਾ ਕਰ ਲਓ, ਜਿੰਨੀਆਂ ਮਰਜ਼ੀ ਤੁਸੀਂ ਗੋਲਕਾਂ ਨੂੰ ਚੂਨਾ ਲਾਈ ਜੋ, ਇਹਨੂੰ ਨਹੀਂ ਛੱਡ ਸਕਦੇ। ਹੁਣ ਸਾਨੂੰ ਸੰਗਤ ਜੀ ਵਿੱਚ ਦੀ ਗੱਲ ਦੱਸਦਾ, ਇਹਨਾਂ ਨੇ 50 ਜਾਂ 51 ਬੰਦੇ ਜਿਹੜੇ ਸ਼ਾਮਿਲ ਕੀਤੇ ਬਿਨਾਂ ਮਤਲਬ ਤੋਂ ਕੀਤੇ, ਅੱਧੇ ਨਾਲੋਂ ਵੱਧ, ਮਤਲਬ 10 ਕੀ ਬੰਦੇ ਤੁਸੀਂ ਕਹਿ ਸਕਦੇ ਹੋ ਵੀ ਹਾਂ ਉਹਨਾਂ ਨੂੰ ਘੁਣ ਲੱਗਿਆ ਸੀ, ਉਹਨਾਂ ਨੇ ਮਿਲ ਕੇ ਇਹ ਘਪਲਾ ਕੀਤਾ, 10 ਨਹੀਂ 12 ਹੋਣਗੇ। ਪਰ ਉਸ ਤੋਂ ਵੱਧ ਬਾਕੀ ਜਿੰਨੇ ਬੰਦੇ ਇਹਨਾਂ ਨੇ 38 ਲਿੱਤੇ ਨੇ, 37 ਲਿੱਤੇ ਨੇ, ਉਹ ਸਾਰੇ ਬੇਕਸੂਰ, ਵਿਚਾਰੇ ਗਰੀਬ। ਉਹ ਇੰਨੇ ਸਮੇਂ ਤੋਂ ਗੁਰੂ ਰਾਮਦਾਸ ਦੇ ਦਰ ਤੇ ਦਿਲੋਂ ਕੰਮ ਕਰ ਰਹੇ ਨੇ, ਚਾਹੇ ਉਹ ਇਹਨਾਂ ਦੇ ਇੰਸਪੈਕਟਰ ਹੋਣ, ਚਾਹੇ ਹੋਰ ਬੰਦੇ ਹੋਣ, ਚਾਹੇ ਹੋਰ ਸਟੋਰ ਕੀਪਰ ਹੋਣ ਜਾਂ ਮੈਨੇਜਰ ਹੋਣ। 8 ਕੇ 10 ਸੱਚ ਮੈਨੇਜਰ ਸੀਗਾ, ਸਟੋਰ ਕੀਪਰ ਤਾਂ ਆਹੀ ਨੇ ਜਿਹੜੇ ਦੱਸੇ ਤੁਹਾਨੂੰ। ਹੁਣ ਉਹਨਾਂ ਨੂੰ ਇਹਨਾਂ ਨੇ ਮੁਅੱਤਲ ਕੀਤਾ, ਮੁਅੱਤਲ ਕਰਕੇ ਫਲਾਈਂਗ ਡਿਪਾਰਟਮੈਂਟ ਉਹਨਾਂ ਨੂੰ ਡੰਡਾ ਚਾੜਦੀ ਰਹੀ, ਨੌਕਰੀ ਤੋਂ ਜਾਓਗੇ ਨਹੀਂ ਤਾਂ 2-2 ਲੱਖ ਰੁਪਏ ਜਮ੍ਹਾਂ ਕਰਵਾਓ। 50 ਬੰਦੇ 2 ਲੱਖ ਰੁਪਇਆ ਪਰ ਹੈਡ ਲਿੱਤਾ ਤਾਂ 1 ਕਰੋੜ ਪੂਰਾ, ਘਪਲਾ ਖਤਮ। ਪਰ ਜਿਨ੍ਹਾਂ ਨੇ ਖਾਦਾ ਉਹਨਾਂ ਤੋਂ ਤਾਂ ਪੈਸਾ ਇਹਨਾਂ ਨੇ ਕਢਵਾਇਆ ਹੀ ਨਹੀਂ, ਉਹਨਾਂ ਤੋਂ ਤਾਂ ਫਰਮ ਦੇ ਨਾਮ ਤੇ ਪੈਸਾ ਜਮ੍ਹਾਂ ਕਰਵਾ ਲਿਆ। ਹੁਣ ਇਹ ਬੇਇਨਸਾਫੀ ਨਹੀਂ ਹੈ। ਕਈਆਂ ਨੇ ਜਿੱਦ ਤੱਕ ਮੈਨੂੰ ਪਤਾ ਲੱਗਾ ਆਪਣੀਆਂ ਮਤਲਬ ਘਰ ਵਾਲੀਆਂ ਦੇ ਗਹਿਣੇ ਤੱਕ ਵੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਨੇ। ਹੁਣ ਇਹਨਾਂ ਨੂੰ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ। ਹੁਣ ਇਹ ਸਬੂਤ ਭਾਲਦੇ ਨੇ, ਦਵਾਂ ਉਹਦੇ ਵੀ ਸਬੂਤ। ਜਿਹੜੀਆਂ ਗੱਲਾਂ ਧਾਮੀ ਸਾਹਿਬ ਮੈਂ ਬੋਲਦਾ ਨਾ, ਮੈਂ ਹਵਾ 'ਚ ਤੀਰ ਨਹੀਂ ਮਾਰਦਾ, ਤੁਹਾਡਾ ਦਿਲ ਜਾਣਦਾ ਹੋਊਗਾ। ਜਿਹੜੀਆਂ ਗੱਲਾਂ ਤੁਹਾਡੇ ਮੁਲਾਜ਼ਮ ਇਹ ਸੁਣਦੇ ਨੇ ਨਾ, ਉਹਨਾਂ ਦਾ ਦਿਲ ਜਾਣਦਾ ਹੋਊਗਾ। ਮੈਂ ਝੂਠ ਨਹੀਂ ਬੋਲਦਾ, ਮੈਨੂੰ ਸ਼ੌਕ ਨਹੀਂ ਹੈ ਝੂਠ ਬੋਲਣ ਦਾ। ਪਰ ਤੁਹਾਡੀਆਂ ਗੰਦੀਆਂ ਜਿਹੜੀਆਂ ਕਰਤੂਤਾਂ ਨੇ ਨਾ, ਮੈਂ ਸੱਚੀ ਕਹਿੰਦਾ, ਮੈਂ ਨਹੀਂ ਚਾਹੁੰਦਾ ਕਿ ਮੇਰੇ ਮੂੰਹ 'ਚੋਂ ਕੋਈ ਅਸਭਿਅਕ ਸ਼ਬਦ ਨਿਕਲੇ, ਮੈਂ ਕੋਈ ਅਜਿਹਾ ਸ਼ਬਦ ਬੋਲਾਂ ਵੀ ਜਿਹਦੇ ਨਾਲ ਤੁਹਾਨੂੰ ਠੇਸ ਪਹੁੰਚੇ ਜਾਂ ਸੰਗਤ ਨੂੰ ਲੱਗੇ ਵੀ। ਪਰ ਹਰਕਤਾਂ ਦੇਖ ਕੇ ਸੰਗਤ ਜੀ ਤੁਸੀਂ ਆਪ ਸੋਚ ਸਕਦੇ ਹੋ, 5-7 ਬੰਦਿਆਂ ਦੀ ਗਲਤੀ ਤੇ ਤੁਸੀਂ 42-43 ਬਿਨਾਂ ਮਤਲਬ ਤੋਂ ਮੁਅੱਤਲ ਕਰ ਲੈਂਦੇ ਹੋ। 2-2 ਲੱਖ ਰੁਪਏ ਉਹਨਾਂ ਦੇ ਸਿਰ ਤੇ ਬਿਨਾਂ ਮਤਲਬ ਤੋਂ ਪਾ ਦਿੰਦੇ ਹੋ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਹੋ ਫਿਰ ਵੀ ਨਹੀਂ ਜਮ੍ਹਾਂ ਕਰਵਾਏ ਨੌਕਰੀ ਤੋਂ ਜਾਓਗੇ, ਨਹੀਂ ਜਮ੍ਹਾਂ ਕਰਵਾਏ ਤੁਹਾਡੇ ਜਮ੍ਹਾਂ ਫੰਡ ਨਹੀਂ ਤੁਹਾਨੂੰ ਮਿਲਣਗੇ।
ਡਰ ਕੇ ਸਾਰਿਆਂ ਨੇ ਜਮ੍ਹਾਂ ਕਰਵਾਤੇ ਪੈਸੇ। ਪਰ ਜਿਹੜਾ ਇਹ ਨੋਟ ਖਾਦੇ ਸੀ, ਆ ਜਿਹੜੇ ਮੈਂ ਨਾਮ ਦੱਸਿਆ, ਧਾਮੀ ਸਾਹਿਬ ਹਿੰਮਤ ਹੈਗੀ ਹੈ, ਇਹਨਾਂ ਦੇ ਸਿਰਫ ਖਾਤੇ ਜਿਹੜੇ ਹੈਗੇ ਨੇ ਨਾ, ਉਹ ਖਾਤਿਆਂ ਦੀਆਂ ਡਿਟੇਲਾਂ ਸਾਰੀਆਂ ਦੇ ਸਾਰੀਆਂ ਜਨਤਕ ਕਰਿਓ। ਅੱਗੇ ਹੋਰ 2 ਨਾਮ ਦੱਸਣ ਵਾਲਾ ਆ, ਠੀਕ ਹੈ ਜੀ। ਇਹਨਾਂ ਦੇ ਖਾਤਿਆਂ ਦੀਆਂ ਡਿਟੇਲਾਂ ਜਨਤਕ ਕਰੋ। ਮੇਨ ਸਕੱਤਰ, ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ, ਇਹ ਜਿਹੜੇ 2 ਹੈਗੇ ਨੇ, ਇਹਨਾਂ ਤੋਂ ਹੀ ਸਾਰੀਆਂ ਚਾਬੀਆਂ ਘੁੰਮੀਆਂ ਨੇ। ਪ੍ਰਿਤਪਾਲ ਸਿੰਘ ਅਤੇ ਤੁਹਾਡੇ ਹਰਜਿੰਦਰ ਸਿੰਘ ਕਾਲਵਾ, ਆਈ ਥਿੰਕ, ਠੀਕ ਹੈ, ਇਹ 2 ਨੇ ਨਾ ਤੁਹਾਡੇ ਮੇਨ, ਇਹਨਾਂ ਤੋਂ ਹੀ ਚਾਬੀਆਂ ਘੁੰਮੀਆਂ ਨੇ। ਇਹਨਾਂ ਦੇ ਵੀ ਵਿੱਚ ਹੀ ਐਡ ਕਰਦਾ ਆ, ਇਹਨਾਂ ਦੀਆਂ ਵੀ ਡਿਟੇਲਸ ਸਾਰੀਆਂ ਚਾਹੀਦੀਆਂ ਨੇ, ਠੀਕ ਹੈ। ਪਿਛਲੇ 5 ਸਾਲਾਂ ਦਾ ਘਪਲਾ ਆ, 6 ਦਾ ਹੈਗਾ, 4 ਦਾ ਹੈਗਾ, ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਇਹਨਾਂ ਦੀਆਂ ਬੈਂਕ ਡਿਟੇਲਸ, ਠੀਕ ਹੈ। ਇਹਨਾਂ ਦੇ ਫੈਮਿਲੀ ਦੀਆਂ ਬੈਂਕ ਡਿਟੇਲਸ, ਕਿ ਕਿੰਨਾ ਪੈਸਾ, ਇਹਨਾਂ ਦੀ ਤਨਖਾਹ ਕਿੰਨੀ ਹੈ ਤੇ ਕਿੰਨਾ ਇਹਨਾਂ ਕੋਲ ਪੈਸਾ ਆਇਆ ਤੇ ਕਿੱਥੇ ਕਿੱਥੇ ਇਹਨਾਂ ਨੇ ਖਪਾਇਆ। ਸੰਗਤ ਜੀ, ਇਹ ਕਨਫਰਮ ਨਾਮ ਨੇ, ਧਾਮੀ ਸਾਹਿਬ ਕਨਫਰਮ ਨਾਮ ਨੇ, ਇਹ ਜਿਹੜੇ ਮੇਨ ਕਲਪਰੇਟ ਨੇ, ਜਿਨ੍ਹਾਂ ਨੇ ਆ ਸੁੱਕੀਆਂ ਰੋਟੀਆਂ ਦਾ ਗੰਦ ਆਪਣੇ ਸਿਰ ਮੜਿਆ ਆ। ਓਕੇ, ਬਾਕੀ ਜਿਹੜੇ ਵਿਚਾਰੇ ਫਸਾਏ ਆ ਨਾ 2-2 ਲੱਖ, ਤੁਸੀਂ ਕਿੱਥੋਂ ਕਰਜ਼ਾ ਦੋਗੇ ਯਾਰ? ਇੱਕ ਪਾਸੇ ਤੁਸੀਂ ਗੁਰੂ ਦੀ ਗੋਲਕ ਨੂੰ ਖਾਣ ਲੱਗੇ ਹੋ, ਦੂਜਾ ਜਿਹੜਾ ਗੁਰੂ ਰਾਮਦਾਸ ਦੇ ਦਰ ਤੇ ਦਿਲੋਂ ਕੰਮ ਕਰ ਰਿਹਾ, ਸੇਵਾ ਕਰ ਰਿਹਾ, ਤੁਸੀਂ ਉਹਨਾਂ ਦੇ ਗਲੇ 'ਚ ਅੰਗੂਠਾ ਦਿੱਤਾ ਆ। ਉਹਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਬੇਮਤਲਬ। ਉਹਨਾਂ ਨੂੰ ਵੀ ਨੌਕਰੀ ਤੋਂ ਤੁਹਾਡੇ ਲੱਤ ਪੈ ਜਾਣੀ ਹੈ, ਠੀਕ ਹੈ, ਤੁਹਾਡੇ ਫੰਡ ਨਹੀਂ ਤੁਹਾਨੂੰ ਮਿਲਨੇ, 2-2 ਲੱਖ ਰੁਪਇਆ ਜਮ੍ਹਾਂ ਕਰੋ, ਤੁਹਾਨੂੰ ਆਓ ਜੀ ਮੁਅੱਤਲ ਕਰ ਲਿਆ ਸੀ। ਥੋੜੀ ਬਹੁਤੀ ਤਾਂ ਯਾਰ ਆਪਣੇ ਅੰਦਰ ਇਨਸਾਨੀਅਤ ਰੱਖੋ, ਥੋੜੀ ਬਹੁਤੀ ਇਨਸਾਨੀਅਤ ਰੱਖੋ। ਮੈਂ ਤੁਹਾਨੂੰ ਜ਼ਿਆਦਾ ਦੀ ਗੁਜ਼ਾਰਿਸ਼ ਨਹੀਂ ਕਰਦਾ, ਉਮੀਦ ਵੀ ਨਹੀਂ ਹੈ ਜ਼ਿਆਦਾ ਦੀ, ਪਰ ਜਿਹੜੇ ਬੰਦੇ ਤੁਹਾਡੇ ਨਾਲ ਕੰਮ ਕਰਦੇ ਨੇ, ਤੁਹਾਡੇ ਨਾਲ ਕਾਮੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ 1 ਲੱਖ ਤੇ ਤੁਹਾਡੇ ਨਾਲ ਖੜੇ ਰਹਿੰਦੇ ਨੇ, ਗੁਰੂ ਰਾਮਦਾਸ ਦੇ ਦਰ ਤੇ ਦਿਲੋਂ ਸੇਵਾ ਕਰਦੇ ਨੇ, ਜਿਹਨਾਂ ਨੇ ਕਦੇ ਕੋਈ ਘਟੀਆ ਹਰਕਤ ਨਹੀਂ ਕੀਤੀ ਉੱਥੇ, ਜਿਹਨਾਂ ਨੇ ਕਦੇ 1 ਪੈਸਾ ਆਪਣੀ ਜੇਬ 'ਚ ਹਰਾਮ ਦਾ ਨਹੀਂ ਪਾਇਆ, ਤੁਸੀਂ ਉਹਨਾਂ ਨੂੰ ਫਸਾਉਣ ਤੇ ਆ ਗਏ ਹੋ। ਉਹਨਾਂ ਦੀ ਸ਼ਰਾਫਤ ਦਾ ਅਜਿਹਾ ਫਾਇਦਾ ਚੱਕਦੇ ਹੋ, ਕਿੱਥੇ ਜਾਓਗੇ ਉਹਨਾਂ ਦੀਆਂ ਬਦਦੁਆਵਾਂ ਲੈ ਕੇ? ਕਦੀ ਸੋਚਿਆ ਉਹਨਾਂ ਦੇ ਘਰਾਂ 'ਚ ਜਾ ਕੇ? ਧਾਮੀ ਸਾਹਿਬ ਕਦੀ ਦੇਖਿਆ ਜਿਹੜੇ ਤੁਹਾਡੇ ਤੋਂ 15-15, 20-20, 25-25 ਹਜ਼ਾਰ ਤਨਖਾਹ ਲੈਂਦੇ ਆ, 2-2, 4-4 ਬੱਚੇ ਉਹਨਾਂ ਦੇ ਘਰੇ ਹੈ ਨੇ, ਉਹ ਫੀਸਾਂ ਬੱਚਿਆਂ ਦੀਆਂ ਕਿੱਦਾਂ ਭਰਦੇ ਹੋਣਗੇ? ਬਿਮਾਰੀ ਠਮਾਰੀ ਦਾ ਖਰਚਾ ਕਿੱਦਾਂ ਚੱਕਦੇ ਹੋਣਗੇ? ਘਰ ਦੇ ਕਿਰਾਏ ਕਿੱਦਾਂ ਭਰਦੇ ਹੋਣਗੇ? ਤੇ ਉਹਨਾਂ ਨੇ 2 ਲੱਖ ਰੁਪਇਆ ਇਕੱਠਾ ਕਿੱਦਾਂ ਦਿੱਤਾ ਹੋਊਗਾ? ਧਾਮੀ ਸਾਹਿਬ ਇੱਕ ਵਾਰ ਅੱਖਾਂ ਬੰਦ ਕਰਕੇ ਸੋਚ ਕੇ ਦੇਖਿਓ। ਜੇ ਉਸ ਪਰਮਾਤਮਾ ਦਾ ਮਾੜਾ ਮੋਟਾ ਵੀ ਡਰ ਹੈ ਨਾ, ਮੈਨੂੰ ਜਦੋਂ ਪਤਾ ਲੱਗਿਆ ਨਾ, ਸੱਚੀ ਸੰਗਤ ਜੀ, ਮੇਰੇ ਲੂੰ ਕੰਡੇ ਖੜੇ ਹੋ ਗਏ ਸੀ ਇਹ ਸੁਣ ਕੇ ਕਿ 50 ਬੰਦੇ ਮੁਅੱਤਲ ਕੀਤੇ ਇਹਨਾਂ ਨੇ, 51 ਬੰਦੇ, ਉਹਨਾਂ ਵਿੱਚੋਂ ਸਿਰਫ 7 ਬੰਦੇ ਜਿਹੜੇ ਸੀਗੇ, 8 ਬੰਦੇ ਉਹ ਬੰਦੇ ਦੋਸ਼ੀ ਸੀਗੇ, ਤੇ ਬਾਕੀਆਂ ਉੱਤੇ 2-2 ਲੱਖ ਰੁਪਇਆ ਥੋਪਿਆ ਇਹਨਾਂ ਨੇ। ਤੇ ਜਿਹੜਾ ਮੇਨ ਕਲਪਰੇਟ ਸੀਗਾ, ਉਹਨਾਂ ਨੂੰ ਉਹ ਤੋਂ ਜਿਹੜਾ ਮਤਲਬ ਫਰਮ ਦੇ ਨਾਮ ਦੇ ਉੱਤੇ ਪੈਸਾ ਲੈ ਲਿਆ। ਕਿਹੜੀ ਫਰਮ? ਕਦੋਂ ਦੀ ਫਰਮ? ਕਿੱਥੇ ਦੀ ਫਰਮ? ਸੁਖਬੀਰ ਇਹਨਾਂ ਦਾ ਪਤਾ ਨਹੀਂ ਕੀ ਲੱਗਦਾ ਆ। ਹੱਦ ਹੋ ਗਈ ਆ। ਮਤਲਬ ਮੈਨੇਜਰ, ਉਹ 20 ਉਹਨੇ ਘਪਲੇ ਕੀਤੇ, ਉਹਨੂੰ ਮੈਨੇਜਰ ਬਣਾ ਕੇ ਆਪਣੇ ਸਿਰ ਤੇ ਬਿਠਾ ਲਿਆ, ਹੱਲੇ ਵੀ ਘਪਲੇ ਤੇ ਘਪਲੇ ਕਰੀ ਜਾਂਦਾ, ਹੱਲੇ ਵੀ ਤੁਸੀਂ ਬਚਾਈ ਜਾਂਦੇ ਹੋ। ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਹਾਡੀ, ਤੁਸੀਂ ਕਰ ਕੀ ਰਹੇ ਹੋ? ਤੁਹਾਨੂੰ ਇੱਕ ਇੱਕ ਚੀਜ਼ ਤੁਹਾਡੀ ਦੱਸੀ ਜਾਂਦੇ ਆ ਵੀ ਕਿੱਥੇ ਕਿੱਥੇ ਕਿਹਨੇ ਕੀ ਕੀਤਾ, ਕਿਹਦੇ ਕਿੱਥੇ ਕਿੰਨੇ ਕਾਂਡ ਨੇ, ਤੁਹਾਨੂੰ ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਚੰਦੋਆ ਸਾਹਿਬ ਵਾਲਾ ਕਾਂਡ, ਉਹ ਵੀ ਤੁਸੀਂ ਵਿੱਚ ਹੀ ਦੱਬ ਕੇ ਬਹਿ ਗਏ, ਇਨਕੁਆਇਰੀ ਅੱਧੀ ਕਰਵਾਈ, ਅੱਗੇ ਪੂਰੀ ਕਰਵਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਉਹਦੀ। ਤੁਹਾਨੂੰ ਮਤਲਬ ਜੋ ਮਰਜ਼ੀ ਅਸੀਂ ਦੱਸੀ ਜਾਈਏ, ਜੋ ਮਰਜ਼ੀ ਸਮਝਾਈ ਜਾਈਏ। ਬੀਬੀ ਉਹ ਹਰਜੀਤ ਕੌਰ, ਇੱਕ ਹੋਰ ਬੀਬੀ ਦਾ ਮੈਨੂੰ ਪਤਾ ਲੱਗਾ, ਬੀਬੀ ਜੋਗਿੰਦਰ ਕੌਰ ਪਹਿਲਾਂ ਹੁੰਦੀ ਸੀ ਜੀ, ਪਤਾ ਕਰ ਲਿਓ, ਬੜੇ ਸੋਹਣੇ ਆਈਬਰੋ ਵਗੈਰਾ ਬਣਾ ਕੇ ਰੱਖਦੀ ਸੀ, ਬਾਲ ਬੁਲ ਬੜੇ ਵਧੀਆ, ਕਟਿੰਗ ਕੁਟਿੰਗ ਕਰਕੇ। ਅੱਜ ਕੱਲ੍ਹ ਤਾਂ ਐਬਰੋਡ ਚਲੇ ਗਈ ਹੈ, ਉਹਦਾ ਵੀ ਬੜਾ ਰੌਲਾ ਪਿਆ ਸੀਗਾ, ਪਰ ਉੱਚੇ ਲਿੰਕ ਸੀ ਉਸ ਬੀਬੀ ਦੇ ਵੀ, ਐਵੇਂ ਬੀਬੀ ਹਰਜੀਤ ਕੌਰ ਵਾਂਗੂ ਉੱਚੇ ਲਿੰਕ ਸੀਗੇ, ਇਸ ਕਰਕੇ ਕਿਸੇ ਨੇ ਕੁਛ ਨਹੀਂ ਕਿਹਾ। ਚਾਹੇ ਤੁਹਾਡੀਆਂ ਮੈਂਬਰਾਂ ਉੱਥੇ ਬੈਠ ਕੇ ਆਈਬਰੋ ਬਣਾਉਣ, ਕੇਸ ਕਤਲ ਕਰਵਾਉਣ, ਕਲਰ ਕਰਵਾਈ ਜਾਣ, ਧੱਜੀਆਂ ਉਡਾਉਣ ਮਰਿਆਦਾ ਦੀਆਂ, ਪਰ ਨਾ ਜੀ, ਉਹਨਾਂ ਨੂੰ ਤੁਸੀਂ ਜੱਫੀਆਂ ਪਾਪਾ ਮਿਲਣੀਆਂ ਨੇ। ਕਿਉਂ? ਉੱਚੇ ਲਿੰਕ ਨੇ ਉਹਨਾਂ ਦੇ, ਉਹਨਾਂ ਨੂੰ ਤਾਂ ਬਸ ਹੱਥ ਜੋੜ ਕੇ ਹਾਂਜੀ ਬੀਬਾ ਜੀ ਆਓ 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 ਆਓ। ਮਰਿਆਦਾ ਉੱਥੇ ਕਿੱਥੇ ਜਾਂਦੀ ਹੈ? 1925 ਐਕਟ ਉੱਥੇ ਕਿੱਥੇ ਜਾਂਦਾ ਹੈ? ਹਾਲੇ ਤਾਂ ਮੈਂ ਉਹ ਧਾਮੀ ਸਾਹਿਬ ਉੱਥੇ ਵੀ ਆਉਣਾ। ਤੁਸੀਂ ਕਹਿੰਦੇ ਹੋ ਵੀ ਭਗਵੰਤ ਮਾਨ ਨੇ 1925 ਐਕਟ ਦੀਆਂ ਧੱਜੀਆਂ ਉਡਾਈਆਂ ਜੀ, ਗੁਰਦੁਆਰਾ ਐਕਟ ਦੇ ਵਿੱਚ ਇੰਟਰਫੇਅਰ ਕਰਕੇ। ਪਹਿਲਾਂ ਨਹੀਂ ਸੀ ਹੋਇਆ, ਕੈਪਟਨ ਸਾਹਿਬ ਨੇ ਨਹੀਂ ਸੀ ਕੀਤਾ ਇੰਟਰਫੇਅਰ। ਪਹੁੰਚ ਜਾਣੇ ਨੇ ਲੈਟਰ ਮੇਰੇ ਕੋਲ ਵੀ ਕੱਲ ਤੱਕ। 2002 ਦੇ ਵਿੱਚ ਕੈਪਟਨ ਦੀ ਸਰਕਾਰ ਸੀਗੀ, ਤੁਹਾਡੇ ਸ਼੍ਰੋਮਣੀ ਕਮੇਟੀ ਦੇ ਕਿੰਨੇ ਮੈਂਬਰ ਕੱਢੇ ਸੀ ਉਹਨੇ? ਬੜਾ ਰੌਲਾ ਪਿਆ ਸੀ। ਉਸ ਤੋਂ ਬਾਅਦ ਤੁਸੀਂ ਮਤਾ ਪਾਇਆ ਸੀ, ਉਸ ਤੋਂ ਬਾਅਦ ਸਾਰੀਆਂ ਕਾਪੀਆਂ ਮੇਰੇ ਕੋਲ ਕੱਲ ਪਹੁੰਚ ਜਾਣੀਆਂ ਨੇ। ਪਹਿਲੀ ਵਾਰ ਤਾਂ ਨਹੀਂ ਇੰਟਰਫੇਅਰ ਹੋਇਆ। ਫਿਰ ਉਦੋਂ ਕਿੱਦਾਂ ਤੁਸੀਂ ਮਤਲਬ ਉਦੋਂ ਇੰਨਾ ਰੌਲਾ ਕਿਉਂ ਨਹੀਂ ਪਿਆ? ਕਿਉਂਕਿ ਕੈਪਟਨ ਸਾਹਿਬ ਸੀ ਉਦੋਂ। ਕੈਪਟਨ ਤੇ ਬਾਦਲਾਂ ਦੇ ਵਿੱਚ ਇੱਕੋ ਹੀ ਸ਼ਰਤ ਰਹਿੰਦੀ ਸੀ, ਅੱਜ ਤੇਰੀ ਵਾਰੀ ਕੱਲ ਮੇਰੀ ਵਾਰੀ, 10 ਸਾਲ ਤੂੰ ਲੁੱਟ ਲਿਆ, ਹੁਣ 5 ਸਾਲ ਮੈਂ ਲੁੱਟਦਾ, ਹੁਣ 10 ਸਾਲ ਮੈਂ ਲੁੱਟਣੇ, ਅੱਗੇ 5 ਸਾਲ ਤੂੰ ਲੁੱਟਣੇ। ਆਹੀ ਚੱਲਦਾ ਸੀ ਨਾ। ਪੰਜਾਬ ਕਿਹਨੇ ਦੇਖਿਆ?
ਪੰਜਾਬ ਦੀ ਨੌਜਵਾਨੀ ਕਿਹਨੇ ਦੇਖੀ? ਨਸ਼ੇ ਨਾਲ ਮਰਦੇ ਪੁੱਤ ਤੁਹਾਨੂੰ ਕਦੇ ਨਜ਼ਰ ਆਏ ਨੇ? ਨਾ। ਪਰ ਹਾਂ, ਤੁਹਾਨੂੰ ਨਜ਼ਰ ਆਉਂਦਾ ਹੈ ਵੀ ਆਖਿਰ ਲੋਕਾਂ ਨੂੰ ਲੁੱਟ ਕਿੱਦਾਂ ਸਕਦੇ ਹਾਂ ਅਸੀਂ, ਟੈਕਸ ਅਸੀਂ ਕਿੱਦਾਂ ਖਾ ਲਈਏ, ਖਜ਼ਾਨਾ ਕਿੱਦਾਂ ਖਾ ਲਈਏ, ਖਾਲੀ ਕਿੱਦਾਂ ਕਰ ਦਈਏ। ਮੋਟਰਾਂ ਦੇ ਬਿੱਲ ਮਾਫ ਕਰਤੇ ਕਿਉਂਕਿ ਸਾਡੇ ਆਪਣੇ ਜੀ 1200 ਕਿੱਲਾ ਹੈਗਾ ਆ, ਠੀਕ ਹੈ, ਸਾਡਾ ਉਹਦਾ ਬਿੱਲ ਮਾਫ ਹੋ ਚੁੱਕਾ। ਉਹਦੇ ਪਿੱਛੇ ਬੇੜਾ ਬਿਠਾਤਾ ਪੰਜਾਬ ਦੇ ਪਾਣੀਆਂ ਦਾ। ਕਿਹਨੇ ਬਿਠਾਇਆ? ਤੁਹਾਡੇ ਬਾਦਲ ਸਾਹਿਬ ਨੇ। ਅੱਗੇ ਧਾਮੀ ਸਾਹਿਬ ਹੋਰ ਬਹੁਤ ਸਾਰੀਆਂ ਕਰਤੂਤਾਂ ਤੁਹਾਡੀਆਂ ਦੱਸਣੀਆਂ ਨੇ ਹੱਲੇ, ਮਤਲਬ ਪੁਸ਼ਟੀ ਨਹੀਂ ਕਰਦਾ, ਪਰ ਅਖਬਾਰ ਮੇਰੇ ਹੱਥ ਜਿਹੜੀ ਲੱਗੀ ਹੈ ਉਹਨੇ ਤਾਂ ਹੋਸ਼ ਹੀ ਉਡਾਤੇ ਮੇਰੇ ਕਿ ਤੁਸੀਂ ਕਿਆ ਬਾਤਾਂ। ਅੱਗੇ ਗੱਲ ਕਰਦੇ ਹਾਂ ਜੀ। ਹਾਂਜੀ, ਉਹ ਮੈਂ ਰੂਮਸ ਦਾ ਕਿਹਾ ਸੀ ਵੀ ਮਤਲਬ ਸਰਾਹਾਂ ਦੇ ਵਿੱਚ ਪਰਮਾਨੈਂਟ ਰੂਮ ਖਾਲੀ ਰਹਿੰਦੇ ਨੇ, ਭਰੇ ਰਹਿੰਦੇ ਨੇ। ਖਾਲੀ ਤਾਂ ਕਾਹਨੂੰ ਛੱਡਣੇ ਆ, ਖਾਲੀ ਤਾਂ ਰਹਿੰਦੇ ਨੇ ਸੰਗਤ ਵਾਸਤੇ, ਇਹਨਾਂ ਵਾਸਤੇ ਤਾਂ ਭਰੇ ਹੀ ਰਹਿੰਦੇ ਨੇ। ਪਰ ਹਾਂ, ਚਾਵਲੇ ਦਾ ਇੱਕ ਤਾਂ ਨਾਮ ਲਿੱਤਾ ਸੀਗਾ ਮੇਰੇ ਕੋਲ, ਹੁਣ ਦੂਜੀ ਡਿਟੇਲ ਵੀ ਪਹੁੰਚ ਗਈ ਆ, ਕੋਈ ਕੋਲਿਆਂ ਵਾਲੀ ਸੀ, ਉਹਦਾ ਵੀ ਪੱਕਾ ਪਰਮਾਨੈਂਟ ਕਮਰੇ। ਹੁਣ ਤਾਂ ਖੈਰ ਉਹ ਮਤਲਬ ਦੁਨੀਆ ਦੇ ਵਿੱਚ ਨਹੀਂ ਹੈ, ਤੇ ਉਹਦੇ ਵੀ ਪਰਮਾਨੈਂਟ ਰੂਮ ਇੱਕ ਗੁਰਦੁਆਰੇ 'ਚ ਨਹੀਂ, ਅਲੱਗ-ਅਲੱਗ ਪਤਾ ਨਹੀਂ ਕਿੰਨੀਆਂ ਸਰਾਹਾਂ ਦੇ ਵਿੱਚ ਹੁੰਦੇ ਸੀ। ਧਾਮੀ ਸਾਹਿਬ ਪਤਾ ਕਰ ਲਿਓ ਜੀ, ਠੀਕ ਹੈ ਜੀ। ਹੁਣ ਇਹ ਮੈਨੂੰ ਦੱਸੋ ਵੀ ਆਹ ਹੋਟਲਾਂ ਵਾਂਗ ਕਮਰੇ ਪੱਕੇ ਬੁੱਕ ਕਰਕੇ ਦੇਣਾ, ਇਹ 1925 ਐਕਟ ਦੇ ਵਿੱਚ ਲਿਖਿਆ ਹੈ ਮੈਂਬਰਾਂ ਵਾਸਤੇ ਜਾਂ ਪ੍ਰਧਾਨਾਂ ਵਾਸਤੇ? ਫਿਰ ਇਹ ਵੀ ਦੱਸ ਦਿਓ ਤੁਹਾਡੇ ਰੂਮ ਕਿੱਥੇ ਕਿੱਥੇ ਬੁੱਕ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਗਿਆਨੀ ਮਾਨ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਮਾਨ ਸਿੰਘ ਦੇ ਨਾਲ ਤੁਸੀਂ ਕੀ ਕੀਤਾ ਸੀ? ਕਿਉਂਕਿ ਤੁਹਾਡੇ ਸਾਹਮਣੇ ਕੋਈ ਵੀ ਸੱਚ ਬੋਲੇ ਨਾ ਜਾਂ ਤੁਹਾਨੂੰ ਸ਼ੀਸ਼ਾ ਦਿਖਾਵੇ ਤਾਂ ਤੁਸੀਂ ਉਹਨੂੰ ਕਿਸੇ ਵੀ ਹੱਦ ਤੱਕ ਗਿਰਾਉਣ ਵਾਸਤੇ, ਮਾਰਨ ਵਾਸਤੇ, ਉਹਦੀ ਜ਼ੁਬਾਨ ਬੰਦ ਕਰਨ ਵਾਸਤੇ ਗਿਰ ਸਕਦੇ ਹੋ, ਜਾ ਸਕਦੇ ਹੋ। ਸੰਗਤ ਜੀ, ਗਿਆਨੀ ਮਾਨ ਸਿੰਘ ਬਾਰੇ ਤੁਸੀਂ ਬਹੁਤ ਚੰਗੀ ਤਰ੍ਹਾਂ ਸੁਣਿਆ ਹੋਊਗਾ, ਬਹੁਤ ਵਧੀਆ ਵੱਡਾ ਮੀਡੀਆ ਦੇ ਵਿੱਚ ਬਵਾਲ ਹੋਇਆ ਸੀਗਾ ਕਿ ਗਿਆਨੀ ਮਾਨ ਸਿੰਘ ਇੱਕ ਕੁੜੀ ਦੇ ਨਾਲ ਕਮਰੇ 'ਚ, ਠੀਕ ਹੈ ਜੀ, ਉਹ ਅਸ਼ਲੀਲ ਹਰਕਤ, ਇਹ ਉਹ ਬੜਾ ਬਵਾਲ ਹੋਇਆ ਸੀ। ਤੁਹਾਨੂੰ ਅੱਜ ਸੱਚ ਦੱਸਦਾ, ਅਜਿਹਾ ਕੁਛ ਨਹੀਂ ਸੀ। ਕਿਸੇ ਰੀਜ਼ਨ ਕਰਕੇ ਗਿਆਨੀ ਮਾਨ ਸਿੰਘ ਐਗਰੀ ਨਹੀਂ ਸੀ SGPC ਦੇ ਨਾਲ। ਗਿਆਨੀ ਮਾਨ ਸਿੰਘ ਤੋਂ ਇਹਨਾਂ ਨੇ ਅਸਤੀਫਾ ਲੈਣਾ ਸੀ। ਉਹ ਅਸਤੀਫਾ ਲੈਣ ਪਿੱਛੇ ਕੁੜੀ ਆਪ ਭੇਜੀ ਗਈ। ਉਹ ਬੱਚੀ ਜਦੋਂ ਜਾ ਕੇ ਗਿਆਨੀ ਮਾਨ ਸਿੰਘ ਦੇ ਪੈਰਾਂ ਕੋਲ ਬੈਠੀ ਤਾਂ ਇਹਨਾਂ ਨੇ ਆਪ ਹੀ ਰੌਲਾ ਪਾਤਾ, ਕੁੜੀ ਨਾਲ ਫੜ ਲਿਆ, ਕੁੜੀ ਨਾਲ ਫੜ ਲਿਆ, ਕੁੜੀ ਨਾਲ ਫੜ ਲਿਆ। ਉਹ ਵਿਚਾਰੇ ਬਜ਼ੁਰਗ ਨੂੰ ਇੰਨਾ ਕਿ ਉਹਨੂੰ ਟੌਰਚਰ ਕੀਤਾ ਤੇ ਉਸ ਤੋਂ ਅਸਤੀਫਾ ਆਖਿਰਕਾਰ ਲੈ ਲਿਆ। ਇਹ ਤਰੀਕੇ ਨੇ SGPC ਦੇ ਵੀ ਅਗਰ ਕੋਈ ਸਾਡੇ ਬਰਾਬਰ ਸਾਡੇ ਹਿਸਾਬ ਦੇ ਨਾਲ ਨਹੀਂ ਚੱਲਦਾ ਜਾਂ ਨਹੀਂ ਬਹਿੰਦਾ ਤਾਂ ਫਿਰ ਸਾਮ ਦਾਮ ਦੰਡ ਭੇਦ ਇਹ ਅਪਣਾਉਂਦੇ ਨੇ। ਸਾਡੀ ਸਰਮੋਰ ਸੰਸਥਾ ਉਸ ਹੱਦ ਤੱਕ ਗਿਰਦੀ ਹੈ ਵੀ ਦੂਜੇ ਨੂੰ ਫਸਾਉਣ ਵਾਸਤੇ ਆਪ ਕੁੜੀਆਂ ਭੇਜ ਸਕਦੇ ਨੇ, ਇਹ ਆਪ ਪੈਸਾ ਸੁੱਟ ਸਕਦੇ ਨੇ ਕੰਜਰੀਆਂ ਨਚਾਉਣ ਵਾਸਤੇ। ਇਹ ਉਹ ਨੇ। ਮਾਫ ਕਰਨਾ, ਜੇ ਗਲਤ ਹੋਵਾਂ ਤਾਂ ਦੱਸ ਦੇਣਾ, ਠੀਕ ਹੈ ਜੀ, ਮਾਫੀ ਮੰਗ ਲੂੰਗਾ ਮੈਂ। ਭਾਈ ਮਾਨ ਸਿੰਘ ਦੇ ਨਾਲ ਵੀ ਸੰਪਰਕ ਕਰ ਰਿਹਾ ਆ, ਨੰਬਰ ਕੱਢ ਰਿਹਾ ਆ, ਸੱਚਾਈ ਉਹ ਵੀ ਬੋਲਣਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਨਾਜ਼ਰ ਹੋ ਕੇ ਬੋਲਣਗੇ, ਕਿਉਂਕਿ ਜਿਸ ਸੋਚ ਤੋਂ ਮੇਰੇ ਕੋਲ ਇਹ ਚੀਜ਼ ਪਹੁੰਚੀ ਹੈ ਉਹ ਕਨਫਰਮ ਹੈ। ਜਦੋਂ ਰੌਲਾ ਪਾਇਆ ਗਿਆ ਉਹ ਬੰਦਾ ਉਸ ਵੇਲੇ ਉੱਥੇ ਮੌਜੂਦ ਸੀ ਜਦੋਂ ਭਾਈ ਮਾਨ ਸਿੰਘ ਨੂੰ ਫਸਾਇਆ ਗਿਆ। ਸੰਗਤ ਜੀ, ਹੁਣ ਇਹਨਾਂ ਨੂੰ ਅਗਰ ਸ਼ਰਮ ਨਹੀਂ ਆਉਂਦੀ ਤਾਂ ਫੇਰ ਮੈਂ ਕੁਝ ਨਹੀਂ ਕਹਿ ਸਕਦਾ। ਫੇਰ ਤਾਂ ਉਹ ਰੱਬ ਕਹੂਗਾ ਨਹੀਂ ਵੀ ਡੁੱਬ ਕੇ ਮਰ ਜਾਓ, ਉਹਨੇ ਡੁੱਬ ਕੇ ਮਾਰਨੇ ਹੀ ਆ। ਫਿਰ ਉਹ ਵਕਤ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਰਹੂਗਾ। ਆ ਜਾਓ ਹੁਣ ਧਾਮੀ ਸਾਹਿਬ ਅੱਗੇ। ਅੱਜ ਕੱਲ੍ਹ ਧਾਮੀ ਸਾਹਿਬ ਬਹੁਤ ਨਾਜਾਇਜ਼ ਪ੍ਰਮੋਸ਼ਨਸ ਹੋ ਰਹੀਆਂ ਨੇ ਆਪਣੇ ਚਹੇਤਿਆਂ ਦੀਆਂ। ਗੁਰੂ ਘਰਾਂ ਦੇ ਵਿੱਚ ਡਬਲ 2 ਸਟੈਪ ਪ੍ਰਮੋਸ਼ਨਸ ਕਿਉਂ ਹੋ ਰਹੀਆਂ ਨੇ, ਥੋੜਾ ਦੱਸੋਗੇ ਮੈਨੂੰ? ਅਜਿਹਾ ਕੀ ਕਰਤਾ ਹੋਣਾ ਤੁਹਾਡੇ ਚਹੇਤਿਆਂ ਨੇ ਜਿਨ੍ਹਾਂ ਦੀਆਂ ਡਬਲ ਪ੍ਰਮੋਸ਼ਨਸ ਕਰ ਰਹੇ ਹੋ? ਤੇ ਕਈ ਅਜਿਹੇ ਨੇ ਜਿਹੜੇ ਕਿੰਨੇ ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਨੇ, ਕੰਮ ਕਰ ਰਹੇ ਨੇ, ਉਹਨਾਂ ਦੀ ਵਿਚਾਰ ਦੀ ਸਿੰਗਲ ਪ੍ਰਮੋਸ਼ਨ ਵੀ ਨਹੀਂ ਹੈਗੀ। ਉਹ ਦੋਹਰੀਆਂ ਪ੍ਰਮੋਸ਼ਨਾਂ ਦੀ ਵੀ ਡਿਟੇਲ ਥੋੜੀ ਜਿਹੀ ਦਿਓ ਕਿ ਆਹ ਬੀਤੇ ਸਾਲ ਦੇ ਵਿੱਚ ਕਿੰਨਿਆਂ ਦੀ ਤੁਸੀਂ ਕਿੰਨੀ ਪ੍ਰਮੋਸ਼ਨ ਕੀਤੀ ਹੈ ਤੇ ਕਿਉਂ ਕਰ ਰਹੇ ਹੋ ਪ੍ਰਮੋਸ਼ਨਾਂ? ਤੁਸੀਂ ਇਹਨਾਂ ਦੇ ਚਹੇਤੇ ਬਣ ਗਏ ਜਾਂ ਉਹ ਤੁਹਾਡੇ ਚਹੇਤੇ ਬਣ ਗਏ? ਉਹਨਾਂ ਨੇ ਚੜਾਵਾ ਤੁਹਾਨੂੰ ਜ਼ਿਆਦਾ ਚੜਾਤਾ ਜਾਂ ਫਿਰ ਜਿਹੜੇ ਪਰਮਾਨੈਂਟ ਉੱਥੇ ਸੈਟਲਡ ਨੇ ਉਹਨਾਂ ਨੇ ਕੋਈ ਚਾਬੀ ਘੁਮਾਤੀ ਤੁਹਾਡੀ? 2 ਸਟੈਪ ਪ੍ਰਮੋਸ਼ਨਸ ਕਰੋ ਜੀ ਸਿੱਧੀਆਂ। 2018-19 ਦੇ ਵਿੱਚ ਅਗਰ ਤੁਹਾਨੂੰ ਯਾਦ ਹੋਵੇ ਧਾਮੀ ਸਾਹਿਬ, ਨਹੀਂ ਤਾਂ ਪੁੱਛ ਲਿਓ, ਸ਼੍ਰੀ ਫਤਿਹਗੜ੍ਹ ਸਾਹਿਬ ਫਲਾਈਂਗ ਅਧਿਕਾਰੀ ਨੇ ਚੱਲਦੀ ਗੋਲਕ ਦੇ ਵਿੱਚੋਂ ਪੈਸੇ ਚੁੱਕੇ ਸੀ। ਰੌਲਾ ਪਿਆ, ਸੇਵਾਦਾਰ ਨੇ ਕਿਹਾ ਕਿ ਮੈਂ ਡਾਲਰ ਅਤੇ 2000 ਦੇ ਨੋਟ ਇਸ ਬੰਦੇ ਨੂੰ ਫੜਾਏ ਨੇ, ਕੈਮਰੇ ਦੇ ਵਿੱਚ ਵੀ ਆ ਗਿਆ। ਉਸ ਤੋਂ ਉਹ ਬੰਦਾ ਸਤਵੀਰ ਸਿੰਘ ਪੀਏ ਸਾਹਿਬ ਦਾ ਖਾਸ ਸੀ। ਸਤਵੀਰ ਸਿੰਘ ਪੀਏ ਪਤਾ ਹੀ ਹੈ ਤੁਹਾਨੂੰ, ਪੀਏ ਸਾਹਿਬ ਦਾ ਖਾਸ ਸੀ।
ਫਿਰ ਸਾਰੇ ਕੈਮਰਿਆਂ ਦੇ ਵਿੱਚੋਂ ਉਸ ਦੀ ਫੁਟੇਜ ਡਿਲੀਟ ਕਰਵਾਈ ਗਈ। ਉੱਥੋਂ ਬਦਲ ਕੇ ਧਰਮ ਪ੍ਰਚਾਰ ਅਕਾਊਂਟੈਂਟ ਬਣਾ ਕੇ ਉਹਨੂੰ, ਧਰਮ ਪ੍ਰਚਾਰ ਵਿਖੇ ਅਕਾਊਂਟੈਂਟ ਬਣਾ ਕੇ ਉਹਨੂੰ ਭੇਜਿਆ ਗਿਆ। ਉੱਥੋਂ ਬਦਲ ਕੇ ਫਿਰ ਸ਼੍ਰੀ ਦਰਬਾਰ ਸਾਹਿਬ ਅਕਾਊਂਟੈਂਟ ਬਣਾਇਆ ਗਿਆ। ਉਸੇ ਵੇਲੇ ਉਸ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਇਹ ਤਾਂ ਤੁਹਾਨੂੰ ਪਤਾ ਨੇ ਵੀ ਗੋਲਕ ਦੇ ਵਿੱਚੋਂ ਚੋਰੀ ਕਰਨ ਵਾਲਾ ਕੋਈ ਵੀ ਅਧਿਕਾਰੀ ਹੋਵੇ ਉਹਨੂੰ ਉਸੇ ਵੇਲੇ ਸਸਪੈਂਡ ਕੀਤਾ ਜਾਂਦਾ ਹੈ, ਬਰਖਾਸਤ ਕੀਤਾ ਜਾਂਦਾ ਹੈ। ਕਿਉਂ ਨਹੀਂ ਕੀਤਾ ਗਿਆ? ਉਹਨੂੰ ਵੀ ਉੱਥੋਂ ਚੱਕ ਕੇ ਤਬਾਦਲੇ, ਤੁਹਾਡੇ ਉਹਨਾਂ ਦਾ ਸਤਵੀਰ ਜੀ ਦਾ ਖਾਸ, ਉਹ ਪੀਏ ਸਤਵੀਰ ਜੀ ਉਹਨਾਂ ਦਾ ਖਾਸ ਬੰਦਾ ਸੀ ਤਾਂ ਕਰਕੇ। ਮਤਲਬ ਤੁਸੀਂ ਕਰੋ ਤਾਂ ਚਮਤਕਾਰ ਹਰ ਚੀਜ਼, ਦੂਜਾ ਵਿਚਾਰਾ ਸਿੱਧਾ ਸਾਦਾ ਕੋਈ ਕੰਮ ਚੰਗਾ ਭਲਾ ਵੀ ਕਰਦਾ ਹੋਵੇ ਤਾਂ ਉਹ ਬਲਾਤਕਾਰ। ਆਹੀ ਹੈ ਨਾ। ਫਿਰ ਤੁਸੀਂ ਦੱਸੋ ਵੀ ਕਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਵੀ ਅਸੀਂ ਚੁੱਪ ਰਹੀਏ, ਨਾ ਬੋਲੀਏ? ਮੈਨੂੰ ਕੋਈ ਸੰਗਤ ਜੀ ਖੁਸ਼ੀ ਨਹੀਂ ਹੁੰਦੀ ਵੀ ਮੈਂ ਆਏ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਤੜੇ ਫੋਲਾਂ, ਪਰ ਹਾਂ ਜੇਕਰ ਇਹਨਾਂ ਨੂੰ ਥੋੜੀ ਬਹੁਤੀ ਵੀ ਸ਼ਰਮ ਹੋਵੇ ਤਾਂ ਮੈਂ 20 ਵਾਰ ਬੇਨਤੀ ਕਰ ਚੁੱਕਿਆ ਵੀ ਧਾਮੀ ਸਾਹਿਬ ਮੈਂ ਹੱਥ ਜੋੜ ਕੇ ਆ ਕੇ ਗੋਡਿਆਂ ਤੇ ਬਹਿ ਕੇ ਤੁਹਾਡੇ ਤੋਂ ਮਾਫੀ ਮੰਗ ਲਾਂਗਾ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ, ਪਰ ਜਿਹੜੇ ਬੰਦੇ ਕਲਪਰੇਟ ਹੈਗੇ ਨੇ ਉਹ ਬੰਦਿਆਂ ਨੂੰ ਕੱਢ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਦਾ ਰਾਹ ਦਿਖਾਓ, ਗੰਦ ਸਾਫ਼ ਕਰੋ, ਛਾਨਣਾ ਲਾਓ। ਆ ਰੋਟੀਆਂ ਦੇ ਘਪਲੇ ਦੇ ਵਿੱਚ ਹੀ ਬਿਨਾਂ ਮਤਲਬ ਤੋਂ ਕਿੰਨੇ ਬੰਦੇ ਤੁਸੀਂ ਫਸਾਏ, 2-2 ਲੱਖ ਰੁਪਇਆ ਉਹਨਾਂ ਤੋਂ ਮੰਗਿਆ, ਉਹਨਾਂ ਗਰੀਬਾਂ ਤੋਂ ਜਿਹੜੇ ਪਤਾ ਨਹੀਂ ਕਿੱਥੋਂ ਕਰਜ਼ੇ ਚੱਕ ਕੇ ਕਿੱਥੋਂ ਗਹਿਣੇ ਵੇਚ ਕੇ ਲਿਆ ਕੇ ਤੁਹਾਨੂੰ ਦਿੱਤੇ। ਕਿੱਥੋਂ ਤੁਹਾਨੂੰ ਸੁੱਖ ਦੀ ਨੀਂਦ ਆ ਜੂਗੀ? ਕੀੜੇ ਪੈਣਗੇ। ਮੇਰੇ ਤਾਂ ਅੰਦਰੋਂ ਇਹ ਨਿਕਲਦਾ ਵੀ ਜਿਹਨਾਂ ਨੇ ਇਹ ਫਿਰ ਤੋਂ ਸੋਚਿਆ ਆਪਣਾ ਖਾਨਾ ਪੂਰਤੀ ਕਰਨ ਵਾਸਤੇ ਗਰੀਬ ਫਸਾਤੇ ਤੁਹਾਡੇ, ਉਹਨਾਂ ਦੇ ਮਤਲਬ ਜਿੱਦਾਂ ਮਰਜ਼ੀ ਨਿਕਲਣ, ਧਿਆਨ ਰੱਖਿਓ ਆਪਣੇ ਆਪਣੇ ਟੱਬਰਾਂ ਦਾ। ਸੱਚੀ ਕਹਿਣਾ, ਜਿਹੜੇ ਇਸ ਕਾਂਡ ਨਾਲ ਜੁੜੇ ਹੋਏ ਨੇ ਨਾ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਤੁਹਾਡੀਆਂ ਲੱਤਾਂ ਬਾਹਾਂ ਹੀ ਟੁੱਟਣ। ਟੱਬਰ ਹੁੰਦਾ ਨਾ, ਸਾਰਾ ਟੱਬਰ, ਚਾਹੇ ਸਾਡੀ ਮਾਂ ਮੰਜੇ ਤੇ ਪਵੇ, ਚਾਹੇ ਪਿਓ ਪਵੇ, ਚਾਹੇ ਨਿਆਣਿਆਂ ਨੂੰ ਕੁਛ ਹੋਵੇ, ਠੀਕ ਹੈ, ਚਾਹੇ ਖੜੀ ਖੜੀ ਗੱਡੀ ਨੂੰ ਅੱਗ ਲੱਗ ਜੇ। ਇਹ ਜਿਹੜੀਆਂ ਚੀਜ਼ਾਂ ਅਸੀਂ ਕਦੀ ਗੌਰ ਨਹੀਂ ਕਰਦੇ, ਪਰ ਸਾਡੀ ਹਰਾਮ ਦੀ ਕਮਾਈ ਏਦਾਂ ਹੀ ਨਿਕਲਦੀ ਹੈ ਵੀ ਜਿੱਥੇ ਖਰਚਾ ਨਹੀਂ ਹੋਣਾ ਨਾ ਉੱਥੇ ਹੋ ਜਾਣਾ। ਸੋ ਅਗਰ ਅਸੀਂ ਕੁਦਰਤ ਦੇ ਇਹ ਇਸ਼ਾਰੇ, ਉਸ ਰੱਬ ਦੇ ਇਹ ਇਸ਼ਾਰੇ ਨਹੀਂ ਸਮਝਦੇ ਨਾ, ਤਾਂ ਫਿਰ ਜਿੱਦਣ ਉਹਨੇ ਵੱਡਾ ਇਸ਼ਾਰਾ ਕੀਤਾ ਨਾ ਉਦੋਂ ਤੱਕ ਸਭ ਕੁਝ ਤਬਾਹ ਹੋ ਜਾਂਦਾ ਹੁੰਦਾ ਹੈ। ਇਸ ਕਰਕੇ ਕਹਿਣਾ ਹੁੰਦਾ ਵੀ ਇਹਨਾਂ ਇਸ਼ਾਰਿਆਂ ਵੱਲ ਧਿਆਨ ਦਿਆ ਕਰੋ, ਸਮਝਿਆ ਕਰੋ ਇਹਨਾਂ ਇਸ਼ਾਰਿਆਂ ਨੂੰ। ਉਸ ਤੋਂ ਬਾਅਦ ਜੀ ਆ ਜਾਓ ਤੁਹਾਡੇ ਹਰਜਾਪ ਸਿੰਘ ਸੁਲਤਾਨਵਿੰਡ, ਜਿਹਨੇ ਜ਼ਮੀਨ ਦੱਬੀ ਹੋਈ ਹੈ ਅਡਾਰੀ ਸਾਹਿਬ ਦੀ। ਉਹ ਬੰਦਾ ਉੜੀਸਾ ਗਿਆ ਸੀ, ਮੰਗੂ ਮੱਠ, ਇਹਨੂੰ ਹੀ ਭੇਜਿਆ ਸੀ ਤੁਸੀਂ ਉੜੀਸਾ ਮੰਗੂ ਮੱਠ। ਕੀ ਕਰਤੂਤ ਉੱਥੇ ਘੋਲ ਕੇ ਆਇਆ ਸੀ ਧਾਮੀ ਸਾਹਿਬ, ਦੱਸੋਗੇ ਮੈਨੂੰ? ਗੁਰੂ ਘਰ ਦੀ ਇਹਨੇ ਇੰਨੀ ਜ਼ਮੀਨ ਦੱਬੀ, ਪਲਾਟ ਵੀ ਕੱਟੇ, ਵੇਚੀ ਵੀ, ਉੱਤੇ ਕੋਈ ਕਾਰਵਾਈ ਨਹੀਂ, ਮਾਰੋ ਗੋਲੀ ਜ਼ਮੀਨ ਨੂੰ। ਪਰ ਮੰਗੂ ਮੱਠ ਦਾ ਮਾਮਲਾ ਇਹਨੂੰ ਹੀ ਭੇਜਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਪਤਾ ਹੈ ਤੁਹਾਨੂੰ ਉੱਥੇ ਕੀ ਬੋਲ ਕੇ ਆਇਆ ਸੀ ਮੰਗੂ ਮੱਠ ਬਾਰੇ? ਨਹੀਂ ਪਤਾ? ਮੈਂ ਦੱਸਦਾ। ਬਾਬਾ ਨਾਨਕ ਤਾਂ ਇੱਥੇ ਆਇਆ ਨਹੀਂ ਜੀ, ਸਾਡੀ ਇਤਿਹਾਸਿਕ ਥਾਂ ਹੀ ਹੈ ਨਹੀਂ ਜੀ, ਇਹ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਦੇ ਨਾਲ। ਹੁਣ ਇਹਨੂੰ ਪੁੱਛੋ, ਮਤਲਬ ਇਸ ਨੂੰ ਜਿਹਦੀ ਵੀ ਮਾਰ ਹੈਗੀ ਇਹਨੂੰ ਪੁੱਛੋ, ਠੀਕ ਹੈ, ਵੀ ਕਿਉਂ ਉੱਥੇ ਬਾਬੇ ਨਾਨਕ ਦੇ ਨਿਸ਼ਾਨ ਨਹੀਂ ਹੈ? ਕਿਉਂ ਇਹਨੂੰ ਲੱਗਦੇ ਨੇ? ਕਿਹਨੇ ਇਹਨੂੰ ਕੀ ਪੜਾਇਆ ਸੀ, ਕੀ ਲਿਖਾਇਆ ਸੀ, ਕੀ ਦਿੱਤਾ ਸੀ? ਉੱਥੇ ਸੰਗਤ ਜੀ ਸਿਰਫ ਮੰਗੂ ਮੱਠ ਨਹੀਂ, ਨਾਨਕ ਦਰਬਾਰ ਵੀ ਹੈ, ਬਹੁਤ ਸਾਰੀ ਥਾਂ ਆ ਉੱਥੇ ਬਾਬੇ ਨਾਨਕ ਦੇ ਨਾਮ ਤੇ ਬੋਲਦੀ, ਅੱਜ ਵੀ ਬੋਲਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਉੱਥੇ ਜਾ ਕੇ ਸਰਕਾਰਾਂ ਨੂੰ ਕਹਿਆ ਨਹੀਂ ਜੀ ਸਾਡਾ ਤਾਂ ਕੋਈ ਇਤਿਹਾਸਿਕ ਸਥਾਨ ਹੀ ਹੈ ਨਹੀਂ ਇੱਥੇ। ਹੁਣ ਤੁਸੀਂ ਸਮਝ ਸਕਦੇ ਹੋ ਸਾਡੀ ਸਿੱਖਾਂ ਦੀ ਸਰਮੋਰ ਜਥੇਬੰਦੀ ਆ, ਫਿਰ ਡਾਂਗਮਾਰ ਸਾਹਿਬ ਕਿੱਥੋਂ ਲੈ ਲੈਣਗੇ, ਫਿਰ ਹਰ ਕੀ ਪੌੜੀ ਇਹ ਕਿੱਥੋਂ ਲੈ ਲੈਣਗੇ? ਕੱਖ ਨਹੀਂ ਲੈ ਸਕਦੇ। ਇਹ ਤਾਂ ਫਿਰ ਆਪ ਦਾਨ ਕਰਨ ਲੱਗੇ ਹੋਏ ਨੇ। ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਸਿੱਖ ਵੀ ਹੈਗੇ ਹੋ ਕਿ ਬਸ ਉਹਨਾਂ ਔਰੰਗਜ਼ੇਬ ਅਬਦਾਲੀਆਂ ਦੀਆਂ ਔਲਾਦਾਂ ਹੋ ਸਿੱਖੀ ਭੇਖ ਦੇ ਵਿੱਚ, ਜਾਂ ਡੋਗਰਿਆਂ ਦੀਆਂ ਔਲਾਦਾਂ ਹੋ ਤੁਸੀਂ, ਜਾਂ ਬਸਾ ਰੰਗੜ ਦੇ ਕੁਝ ਅੰਸ਼ ਉੱਥੇ ਰਹਿ ਗਏ ਸੀ, ਜਿਹੜੀਆਂ ਉਹ ਕੰਜਰੀਆਂ ਉੱਥੇ ਨੱਚਦੀਆਂ ਤੇ ਸੱਜੇ ਖੱਬੇ ਜਾ ਕੇ ਦਰਬਾਰ ਸਾਹਿਬ ਲੋਕ ਗਈਆਂ ਹੋਣਗੀਆਂ, ਉਹਨਾਂ ਦੀਆਂ ਕੁੱਖਾਂ ਚੋਂ ਜੰਨੇ ਆ ਇਹ। ਮਾਫ ਕਰਦਾ, ਇਹ ਸ਼ਬਦ ਮੈਂ ਨਹੀਂ ਵਰਤਣਾ ਚਾਹੁੰਦਾ, ਪਰ ਆਹ ਕਰਤੂਤਾ ਦੇਖ ਕੇ ਸਾਡੇ ਇਤਿਹਾਸਿਕ ਸਥਾਨ ਨੂੰ ਸਿਰੇ ਤੋਂ ਨਕਾਰ ਕੇ ਆ ਗਏ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਇਹ ਖਬਰ ਮੇਰੇ ਕੋਲ ਉਦੋਂ ਵੀ ਆਈ ਸੀ, ਪਰ ਮੈਨੂੰ ਉਦੋਂ ਕਨਫਰਮ ਨਹੀਂ ਸੀ ਹੋਇਆ ਕਿ ਬੰਦਾ ਸਾਡਾ ਗਿਆ ਕਿਹੜਾ ਆ ਉੱਥੇ। ਪਰ ਆ ਮੈਨੂੰ ਕੱਲ ਕਨਫਰਮ ਹੋ ਗਿਆ ਵੀ ਆਹ ਹਰਜਾਪ ਸਿੰਘ ਗਿਆ ਸੀ ਸੁਲਤਾਨਵਿੰਡ, ਜਿਹੜਾ ਜ਼ਮੀਨ ਦੱਬੀ ਬੈਠਾ, ਜਿਹਦੇ ਬਾਰੇ ਮੈਂ ਗੱਲ ਕੀਤੀ। ਖੈਰ ਆਓ ਹੁਣ ਧਾਮੀ ਸਾਹਿਬ ਧਿਆਨੇ ਆ। ਧਾਮੀ ਸਾਹਿਬ ਦਿਲੋਂ ਸਤਿਕਾਰ ਹੈ ਜੀ, ਬਹੁਤ ਪਿਆਰੇ। ਖਾੜਕੂਵਾਦ ਦੇ ਵੇਲੇ ਤੁਸੀਂ ਬਹੁਤ ਕੌਮ ਵਾਸਤੇ ਯੋਗਦਾਨ ਦਿੱਤਾ। ਤੇ ਆਓ ਇੱਕ ਨਾਲ ਮੈਂ ਲਗਾ ਵੀ ਦੇਣਾ, ਅਖਬਾਰ ਦੀ ਕਟਿੰਗ ਹੈ ਸੰਗਤ ਜੀ,
पढ़ लेना, मैं इस चीज़ की पुष्टि नहीं करता। यह लिखा है भुपिंदर सिंह ने, ठीक है जी। तो उन्होंने की लिखा है धामी साहब बारे, खाड़कूवाद वेले इन्होंने कितना योगदान दिता, किन्नियां कुर्बानियां कीतियां या किन्ने कुर्बान किए, आओ नज़र मारते हैं। SGPC का नवा प्रधान धामी खाड़कूवाद के समय प्रकाश बादल वांग पुलिस टाउट हुंदा सी। धामी वकील सी, खाड़कू ਸਿੰਘਾਂ ਦੇ केस लड़न बहाने खाड़कूआं ਦੀ सारी जानकारी पप्पू कैट ਨੂੰ ਦਿੰਦਾ ਸੀ, क्योंकि पप्पू कैट ਅਤੇ धामी ਦੋਵੇਂ ਇਕੱਠੇ ਰਹਿੰਦੇ ਸੀ ਅਤੇ ਰੋਟੀ ਪਾਣੀ ਵੀ ਇਕੱਠੇ ਖਾਂਦੇ ਸੀ। ਜਿਵੇਂ ਪ੍ਰਕਾਸ਼ ਬਾਦਲ ਦਿਨ ਵਿੱਚ ਖਾੜਕੂਆਂ ਦੇ ਭੋਗ ਤੇ ਜਾਂਦਾ ਸੀ ਅਤੇ ਰਾਤ ਨੂੰ KPS ਗਿੱਲ ਨੂੰ ਸਾਰੀ ਜਾਣਕਾਰੀ ਦਿੰਦਾ ਸੀ, ਉਸੇ ਤਰ੍ਹਾਂ ਧਾਮੀ ਟਾਊਟ ਸਿੰਘਾਂ ਦੇ ਫ੍ਰੀ ਕੇਸ ਲੜਨ ਦੇ ਬਹਾਨੇ ਸਾਰੀ ਜਾਣਕਾਰੀ ਲੈ ਕੇ ਪੱਪੂ ਕੈਟ ਨੂੰ ਦੱਸ ਦਿੰਦਾ ਸੀ। ਪੱਪੂ ਕੈਟ, ਸੁੱਖੀ ਕੈਟ ਅਤੇ ਸਰਬਜੀਤ ਬਾਠ ਕੈਟ ਇਸ ਧਾਮੀ ਮੁਖਬਰ ਦੇ ਸੱਜੇ ਹੱਥ ਹੁੰਦੇ ਸੀ। ਮਨਪ੍ਰੀਤ ਬਾਦਲ ਵੀ ਹਮੇਸ਼ਾ ਇਹਨਾਂ ਕੈਟਾਂ ਕੋਲ ਹੀ ਰੁਕਦਾ ਸੀ। ਜਿਵੇਂ ਗੋਰਿਆਂ ਨੇ ਕੌਮ ਨਾਲ ਗੱਦਾਰੀ ਕਰਨ ਦੇ ਬਦਲੇ ਬਾਦਲਾਂ ਅਤੇ ਕੈਪਟਨ ਨੂੰ ਅਹੁਦੇ ਦਿੱਤੇ ਸੀ, ਉਸੇ ਤਰ੍ਹਾਂ ਬਾਦਲਾਂ ਅਤੇ RSS ਨੇ ਧਾਮੀ ਨੂੰ ਸਿੱਖ ਨੌਜਵਾਨਾਂ ਨੂੰ ਪੁਲਿਸ ਤੋਂ ਖਤਮ ਕਰਵਾਉਣ ਬਦਲੇ ਪੁਲਿਸ ਦੇ ਮੁਖਬਰ ਟਾਊਟ ਕੈਟ ਨੂੰ SGPC ਦਾ ਪ੍ਰਧਾਨ ਬਣਾਇਆ। ਠੀਕ ਹੈ ਜੀ, ਮੈਂ ਨਹੀਂ ਕਹਿ ਰਿਹਾ, ਮੈਂ ਪੁਸ਼ਟੀ ਨਹੀਂ ਕਰ ਰਿਹਾ ਇਸ ਦੀ, ਪਰ ਆ ਲਿਖਿਆ ਹੈ, ਜਿਹਨੇ ਲਿਖਿਆ ਹੈ ਬਜ਼ੁਰਗ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣਗੇ। ਨਾਲ ਖਬਰ ਕਟਿੰਗ ਲਾ ਦਿੱਤੀ ਹੈ ਧਾਮੀ ਸਾਹਿਬ। ਖੈਰ, ਮੈਂ ਇਹਦਾ ਤੁਹਾਡੇ ਤੋਂ ਜਵਾਬ ਵੀ ਨਹੀਂ ਮੰਗਣਾ, ਠੀਕ ਹੈ, ਕਿਉਂਕਿ ਜਦੋਂ ਉਹ ਸਮਾਂ ਸੀਗਾ ਮੇਰੀ ਉਮਰ ਉਦੋਂ ਸਾਰੀ 4-5 ਸਾਲ ਦੀ ਹੋਊਗੀ, 84 ਜਦੋਂ ਵਾਪਰੀ ਹੈ। ਸੋ ਉਹ ਰੱਬ ਜਾਣੇ, ਤੁਹਾਡੇ ਕਰਮ ਜਾਣਨ, ਲੇਖਾ ਜੋਖਾ ਇੱਥੇ ਹੀ ਆ। ਬਹੁਤ ਸਾਰੇ ਨੇ, ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਨੇ। ਉਹ 84 ਵਾਪਰਨੀ ਹੀ ਨਹੀਂ ਸੀ, ਚਿੱਠੀਆਂ ਹੈਗੀਆਂ ਨੇ ਕਿਉਂ ਵਾਪਰੀ। ਖਾੜਕੂਵਾਦ ਵੇਲੇ ਸੰਘਰਸ਼ ਖਾੜਕੂਆਂ ਦਾ ਹੋਣਾ ਹੀ ਨਹੀਂ ਸੀ। ਹਥਿਆਰ ਕਿਸੇ ਸਿੰਘ ਨੇ ਚੱਕਣੇ ਹੀ ਨਹੀਂ ਸੀ। ਖੇਨੇ ਚਕਵਾਏ ਸਾਡੇ ਆਪਣਿਆਂ ਨੇ। ਇੰਦਰਾ ਨੇ ਹਮਲਾ ਕਰਨਾ ਨਹੀਂ ਸੀ, ਕਿਹਨੇ ਕਰਵਾਇਆ? ਸਾਡੇ ਆਪਣਿਆਂ ਨੇ। ਬਾਦਲ, ਟੌੜਾ, ਰਾਮੂਵਾਲੀਆ, ਲੌਂਗੋਵਾਲ, ਇਹਨਾਂ ਦੇ ਨਾਮ ਤਾਂ ਪਤਾ ਸੀ ਧਾਮੀ ਸਾਹਿਬ। ਅੱਜ ਤੁਹਾਡਾ ਨਾਮ ਵੀ ਇਹਨਾਂ ਦੇ ਨਾਲ ਜੁੜ ਰਿਹਾ ਆ। ਸੋ ਸਫਾਈ ਅਗਰ ਦੇਣ ਦਾ ਮਨ ਹੋਵੇ, ਵੈਸੇ ਤੁਸੀਂ ਮੈਨੂੰ ਪਤਾ ਕਿਸੇ ਚੀਜ਼ 'ਤੇ ਦਿੰਦੇ ਨਹੀਂ, ਦੇਣ ਦਾ ਮਨ ਹੋਵੇ ਤਾਂ ਜ਼ਰੂਰ ਦੇ ਦੇਣਾ। ਪਰ ਸੰਗਤ ਜੀ, ਇੱਕ ਗੱਲ ਪੱਕੀ ਹੈ ਵੀ ਜੋ ਮੈਂ ਪਹਿਲਾਂ ਹੀ ਬਹੁਤ ਵਾਰ ਕਹਿ ਚੁੱਕਿਆ ਵੀ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜੋ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਲੜਦੀ ਆਈ ਹੈ, ਜੂਝਦੀ ਆਈ ਹੈ, ਮਰਦੀ ਆਈ ਹੈ, ਕੁਰਬਾਨੀਆਂ ਦਿੰਦੀ ਆਈ ਹੈ। ਜਿਹਨੇ ਅੱਧੀ ਰਾਤ ਨੂੰ ਗਜਨੀ ਦੇ ਬਾਜ਼ਾਰਾਂ ਤੋਂ ਧੀਆਂ ਭੈਣਾਂ ਨੂੰ ਚੱਕ ਕੇ ਉਹਨਾਂ ਦੇ ਘਰੇ ਬਾਇੱਜ਼ਤ ਛੱਡਿਆ। ਪਰ ਇਸ ਕੌਮ ਨੂੰ ਹਮੇਸ਼ਾ ਤਬਾਹੀ ਦੇ ਮੰਜ਼ਰ ਉਦੋਂ ਦੇਖਣੇ ਪਏ ਆ ਜਦੋਂ ਸਿਰ ਤੇ ਦਸਤਾਰਾਂ ਵਾਲਿਆਂ ਨੇ ਇਸ ਕੌਮ ਦੀ ਪਿੱਠ 'ਚ ਛੁਰਾ ਮਾਰਿਆ। ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਤੇ ਅੱਜ ਸਾਨੂੰ ਬਹੁਤ ਸਤਰਕ ਰਹਿਣ ਦੀ ਲੋੜ ਹੈ, ਕਿਉਂਕਿ ਬੜੇ ਭੇਖੀ ਵਿੱਚ ਆ ਗਏ ਨੇ। ਦੇਖਣ ਨੂੰ ਗਾਤਰੇ ਚੋਲਿਆਂ ਬਾਰੇ ਸਾਨੂੰ ਸਰਦਾਰ ਲੱਗਦੇ ਆ, ਪਰ ਬਸ ਲੱਗਦੇ ਆ। ਸ਼ਕਲਾਂ ਤੋਂ ਤਾਂ ਹੁਣ ਸਾਰੇ ਹੀ ਸਾਨੂੰ ਗੱਦਾਰ ਲੱਗਦੇ ਆ, ਸੱਚੀ ਲੱਗਦੇ ਆ। ਸਾਡਾ ਕਿਹੜਾ ਆਪਣਾ ਭਰਾ ਸਗਾ ਆ, ਕਿਹੜਾ ਸਾਡਾ ਦੁਸ਼ਮਣ ਆ, ਸਾਨੂੰ ਕਿਤੇ ਵੀ ਕੋਈ ਨਾ ਜਵਾਬ ਲੱਭਦੇ ਆ। ਪਰ ਕੋਈ ਨਾ ਕੋਈ ਸੂਰਮਾ ਤਾਂ ਆਊਗਾ ਜਿਹੜਾ ਸੁੱਤੀ ਹੋਈ ਕੌਮ ਨੂੰ ਜਗਾਊਗਾ, ਜਿਹੜਾ ਕਹੂਗਾ ਵੀ ਉਹ ਬੈਠੇ ਆ ਗੱਦਾਰ, ਚਲ ਉੱਠ ਕਾਫਲਿਆ, ਚਲੀਏ ਇਕੱਠੇ ਹੋ ਕੇ ਇੱਕ ਇੱਕ ਗੱਦਾਰ ਲੱਭਦੇ ਆ ਤੇ ਫਿਰ ਟੰਗਦੇ ਆ। ਆਊਗਾ ਸਮਾਂ, ਉਹ ਵੀ ਸੰਗਤ ਜੀ, ਉਹ ਪਰਮਾਤਮਾ ਦੇਖਦਾ ਆ, ਕਿਉਂਕਿ ਉਹਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ, ਪਰ ਕਿਸੇ ਨਾ ਕਿਸੇ ਨੂੰ ਜ਼ਰੀਆ ਜ਼ਰੂਰ ਬਣਨਾ ਪੈਂਦਾ ਹੈ। SGPC ਦੇ ਪੋਤੜੇ ਖੋਲ੍ਹਣ ਵਾਸਤੇ ਕੋਈ ਨਹੀਂ ਸੀ ਸਾਹਮਣੇ ਆ ਰਿਹਾ। ਮੇਰੇ ਤੋਂ ਨਹੀਂ ਬਰਦਾਸ਼ਤ ਹੋਇਆ, ਨਹੀਂ ਦੇਖਿਆ ਗਿਆ। ਬੇਨਤੀ ਫਿਰ ਤੋਂ ਮੈਂ ਕਰਦਾ ਹਾਂ, ਜਿੰਨੇ ਵੀ SGPC ਦੇ ਮੈਂਬਰ ਜਾਗਦੀਆਂ ਜ਼ਮੀਰਾਂ ਵਾਲੇ ਹੈ ਨੇ, ਆਪਣੀ ਜ਼ਮੀਰ ਨੂੰ ਹੱਥ ਮਾਰੋ। ਉਸ ਗੁਰੂ ਦੇ ਦਰ 'ਤੇ ਬਹਿ ਕੇ ਸਿਰਫ ਆਪਣੀ ਨੌਕਰੀ ਦੇਖਦੇ ਹੋਏ ਧੋਖਾ ਨਾ ਖੱਟੋ, ਕਿਉਂਕਿ ਜ਼ੁਲਮ ਕਰਨ ਵਾਲੇ ਨਾਲੋਂ ਸਹਿਣ ਵਾਲਾ ਜ਼ਿਆਦਾ ਵੱਡਾ ਗੁਨੇਗਾਰ ਹੁੰਦਾ ਹੈ। ਬੇਸ਼ੱਕ ਧਾਮੀ ਹੈ ਅਤੇ ਬੇਸ਼ੱਕ ਤੁਹਾਡਾ ਨਵਾਂ ਆਇਆ ਜਥੇਦਾਰ ਆ ਰਘਵੀਰ,
ਠੀਕ ਹੈ ਜੀ। ਅਗਰ ਉਹ ਆਪਣੇ ਕਰਮ ਉੱਦਾਂ ਦੇ ਕਰਦੇ ਨੇ ਉਹਨਾਂ ਨੂੰ ਉਨੀ ਇੱਜ਼ਤ ਜ਼ਰੂਰ ਬਣਦੀ ਦਿਓ, ਪਰ ਅਗਰ ਉਹ ਜ਼ੁਲਮ ਤੁਹਾਡੇ ਸਾਹਮਣੇ ਕਰਦੇ ਨੇ ਜਾਂ ਕਿਸੇ ਧੀ ਭੈਣ ਦੇ ਉੱਤੇ ਤੁਹਾਡੇ ਸਾਹਮਣੇ ਜ਼ੁਲਮ ਹੋ ਰਿਹਾ ਜਾਂ ਕਿਸੇ ਪ੍ਰਧਾਨ ਜਥੇਦਾਰ ਦਾ ਜਾਂ ਮੈਨੇਜਰ ਦਾ ਮੁੰਡਾ ਜਾਂ ਕਿਸੇ ਸਕੱਤਰ ਦਾ ਮੁੰਡਾ, ਫਲਾਈਂਗ ਇੰਸਪੈਕਟਰ ਦਾ ਜਾਂ ਫਲਾਈਂਗ ਸਕੱਤਰ ਦਾ ਮੁੰਡਾ ਜਾਂ ਜੋ ਵੀ ਸਮਝ ਲਓ ਤੁਸੀਂ, ਕਰਤੂਤਾ ਕਰਦੇ ਨੇ ਇਹਨਾਂ ਦੇ ਰਿਸ਼ਤੇਦਾਰ, ਤੇ ਉਸ ਤੋਂ ਬਾਅਦ ਡਿਲੀਟ ਕਰ ਦਿੱਤੀਆਂ ਜਾਂਦੀਆਂ ਨੇ ਫੁਟੇਜਸ, ਉਸ ਤੋਂ ਬਾਅਦ ਮਤਲਬ ਰਿਪੋਰਟਾਂ ਰੱਦ ਕਰ ਦਿੱਤੀਆਂ ਜਾਂਦੀਆਂ, ਦੱਬ ਦਿੱਤੀਆਂ ਜਾਂਦੀਆਂ, ਤੁਹਾਨੂੰ ਪਤਾ ਆ ਚੀਜ਼ਾਂ ਬਾਰੇ ਤੇ ਤੁਸੀਂ ਜ਼ੁਬਾਨ ਬੰਦ ਕਰਕੇ ਰੱਖਦੇ ਹੋ, ਤੁਸੀਂ ਵੀ ਬਰਾਬਰ ਦੇ ਗੁਨੇਗਾਰ ਹੋ। ਇਸ ਕਰਕੇ ਅੱਜ 4 ਟੁਕੜਿਆਂ ਪਿੱਛੇ ਜਾਂ ਆਪਣੀ ਮਿਹਨਤ ਦੀ ਕਮਾਈ ਪਿੱਛੇ ਅਗਰ ਇਹਨਾਂ ਤੋਂ ਡਰ ਕੇ ਆਪਣੀ ਜ਼ੁਬਾਨ ਬੰਦ ਰੱਖੋਗੇ ਤਾਂ ਤੁਸੀਂ ਵੀ ਉਸ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਸਭ ਤੋਂ ਵੱਡੇ ਗੁਨੇਗਾਰ ਹੋਵੋਗੇ। ਕਿਉਂਕਿ ਰੋਟੀ ਤਾਂ ਜਿਹੜਾ ਸੜਕ ਉੱਤੇ ਬੈਠਿਆ ਭਿਖਾਰੀ ਆ ਨਾ, ਉਹਨੂੰ ਵੀ ਮਿਲ ਜਾਣੀ ਆ, ਭੁੱਖਾ ਉਹ ਵੀ ਨਹੀਂ ਸੋਊਗਾ। ਤੇ ਇਹ ਮੈਂ ਵਾਅਦਾ ਕਰਦਾ, ਜੇ SGPC ਦੇ ਬੰਦੇ ਅੱਜ ਵਿਰੋਧ ਦੇ ਵਿੱਚ ਉਤਰਦੇ ਨੇ, ਸਾਹਮਣੇ ਆ ਕੇ ਖੜਦੇ ਨੇ, ਤਾਂ ਭੁੱਖੇ ਤੁਸੀਂ ਵੀ ਨਹੀਂ ਮਰਦੇ। ਜਿੰਨੀ ਤਨਖਾਹ ਉਹ ਦਿੰਦੇ ਨੇ ਨਾ, ਉਹ ਤੋਂ ਵੱਧ ਪੈਸਾ ਸੰਗਤ ਤੁਹਾਡੇ ਆਪਣੇ ਆਪਣੇ ਖਾਤਿਆਂ 'ਚ ਭੇਜ ਦੂਗੀ। ਇਹ ਮੇਰਾ ਵਾਅਦਾ ਆ ਮੇਰਾ। ਜੇ ਤੁਸੀਂ ਇਹਨਾਂ ਦੇ ਕੱਚੇ ਚਿੱਠੇ ਖੋਲ ਕੇ ਸਾਹਮਣੇ ਆਉਂਦੇ ਹੋ ਨਾ, ਇਹਨਾਂ ਨੂੰ ਨੰਗੇ ਚਿੱਟੇ ਕਰਦੇ ਹੋ, ਤਾਂ ਵਾਅਦਾ ਆ ਤੁਹਾਡੀਆਂ ਇੰਟਰਵਿਊਜ਼ ਮੈਂ 1 ਬਾਏ 1 ਕਰਾਂਗਾ, ਤੁਹਾਡੇ ਸਿੱਧੇ ਖਾਤੇ ਨੰਬਰ ਪਾਵਾਂਗੇ, ਤੁਹਾਡੇ ਖਾਤਿਆਂ ਦੇ ਵਿੱਚ ਜਿੰਨੀ ਇਹ ਮਹੀਨੇ ਦੀ ਤਨਖਾਹ ਤੁਹਾਨੂੰ 20-25 ਦਿੰਦੇ ਨਾ, ਉਹ ਤੋਂ ਦੁੱਗਣਾ ਪੈਸਾ ਤੁਹਾਡੇ ਕੋਲ ਆਊਗਾ ਹਰ ਮਹੀਨੇ, ਜਦੋਂ ਤੱਕ ਤੁਹਾਨੂੰ ਕੋਈ ਹੋਰ ਨੌਕਰੀ ਨਹੀਂ ਮਿਲਦੀ ਜਾਂ ਜਦੋਂ ਤੱਕ SGPC ਤੁਹਾਨੂੰ ਵਾਪਸ ਨੌਕਰੀ ਤੇ ਬਹਾਲ ਕਰਕੇ ਰੱਖਦੇ ਨਹੀਂ ਤੇ ਇਹਨਾਂ ਦੀ ਔਕਾਤ ਨਹੀਂ ਹੋਣੀ ਤੁਹਾਡੇ ਵਿੱਚੋਂ ਕਿਸੇ ਨੂੰ ਕੱਢ ਦੇਣ। ਕਿਉਂਕਿ ਕੱਢਣ ਵਾਸਤੇ ਵੀ ਇਹਨਾਂ ਨੂੰ ਸਬੂਤ ਦੇਣੇ ਪੈਣੇ ਨੇ ਵੀ ਇਹਨੇ ਗੁਨਾਹ ਕੀਤਾ ਕੀ। ਬਸ ਤੁਸੀਂ ਰਿਜ਼ਾਈਨ ਨਹੀਂ ਕਰਨਾ, ਠੀਕ ਹੈ ਜੀ। ਤੁਸੀਂ ਅਸਤੀਫਾ ਨਹੀਂ ਦੇਣਾ, ਕੇਸ ਲੜਨ ਵਾਸਤੇ ਅਸੀਂ ਬੈਠੇ ਹਾਂ। ਤੁਹਾਡੀ ਜੇਬ 'ਚੋਂ ਇੱਕ ਪੈਸਾ ਨਹੀਂ ਲੱਗਦਾ, ਵਾਅਦਾ ਰਿਹਾ ਮੇਰਾ ਇਹ ਵੀ, ਠੀਕ ਹੈ ਜੀ। ਬਾਕੀ ਸੰਗਤ ਜੀ, ਤੁਸੀਂ ਸਭ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਬਾਕੀ ਵੀਡੀਓ ਤੁਸੀਂ ਆਪੇ ਸ਼ੇਅਰ ਕਰ ਹੀ ਦੇਣੀ ਹੈ। ਤੇ ਬਾਕੀ ਮੇਰੇ ਚੈਨਲ ਨੂੰ ਅਗਰ ਤੁਸੀਂ ਇੰਨਾ ਪਿਆਰ, ਇੰਨਾ ਸਤਿਕਾਰ ਦਿੰਦੇ ਹੋ, ਭਰੋਸਾ ਕਰਦੇ ਹੋ, ਤਾਂ ਮੈਂ ਇੱਕੋ ਚੀਜ਼ ਤੁਹਾਡੇ ਤੋਂ ਮੰਗੀ ਹੈ ਕਿ ਮੈਨੂੰ ਫਾਈਨੈਂਸ਼ੀਅਲ ਅਗਰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਕਿ ਸਾਡੇ ਸਾਰੇ ਚੈਨਲ ਬੰਦ ਹੋ ਚੁੱਕੇ ਆ ਬਾਹਰ, ਤਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੋਇਆ ਹੈ, ਉਸ ਦੇ ਉੱਤੇ ਜੁਆਇਨ ਲਿਖਿਆ ਹੈ, ਉਹਨੂੰ ਜੁਆਇਨ ਕਰੋ। ਜੁਆਇਨ ਤੁਸੀਂ ਸਿਰਫ ਤਾਂ ਹੀ ਕਰ ਸਕੋਗੇ ਜੇ ਤੁਸੀਂ ਆਪਣੀ ਕਿਸੇ ਵੀ ਮੇਲ ID ਤੋਂ ਆਪਣੇ ਫੋਨ ਦੇ ਵਿੱਚ ਲੌਗਇਨ ਹੋ, ਠੀਕ ਹੈ ਜੀ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।